ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜਹੁ ਜਗਦੀਸ਼। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ। ਆਓ ਪਿਆਰ ਸਤਿਕਾਰ ਨਾਲ ਸਰਬਾ ਸੰਗਤਾਂ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਬੱਤ ਸੰਗਤਾਂ ਪਿਆਰ ਸਤਿਕਾਰ ਨਾਲ ਸੰਸਾਰ ਭਰ ਦੇ ਵਿੱਚ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਜੋ ਕਿ ਖਾਲਸੇ ਪੰਥ ਦੇ ਮਾਤਾ ਜੀ ਹਨ। ਸਾਰਾ ਪੰਥ ਗੁਰਾਂ ਨੇ ਉਹਨਾਂ ਦੀ ਝੋਲੀ ਵਿੱਚ ਪਾਇਆ। 18 ਕੱਤਕ ਦਾ ਦਿਹਾੜਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ। ਸਾਰੇ ਪੰਥ ਨੂੰ ਵਿਸਾਖੀ ਵਾਲੇ ਦਿਨ ਜਿਵੇਂ ਖਾਲਸੇ ਦਾ ਜਨਮ ਹੋਇਆ, ਕੇਸਗੜ੍ਹ ਸਾਹਿਬ ਜਨਮ ਸਥਾਨ ਹੈ। ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਮਾਤਾ ਜੀ ਮਾਤਾ ਸਾਹਿਬ ਕੌਰ ਜੀ ਹਨ। ਤੇ ਨਾਨਕੇ ਜੋ ਗੁਰੂ ਕੇ ਲਾਹੌਰ ਬਖਸ਼ਿਸ਼ ਕੀਤੇ ਹਨ। ਸੋ ਮਾਤਾ ਜੀ ਦੇ ਇਤਿਹਾਸ ਬਾਰੇ ਪੰਥ ਵਿੱਚ ਬਹੁਤੀ ਕੋਈ ਜਾਣਕਾਰੀ ਕਿਸੇ ਨੇ ਦਿੱਤੀ ਨਹੀਂ। ਕਿਸੇ ਨੇ ਆਪਣੇ ਢੰਗ ਨਾਲ ਪੜ੍ਹੀ ਹੋਵੇ ਵੱਖਰੀ ਗੱਲ ਹੈ। ਕੁਝ ਲਿਖਾਰੀ ਆਪਣੇ ਪੰਥ ਵਿੱਚ ਜੋ ਮਾਤਾ ਜੀ ਨਾਲ ਪ੍ਰੇਮ ਕਰਦੇ ਨੇ ਵੀ ਸਾਡੇ ਮਾਤਾ ਨੇ, ਅਸੀਂ ਉਹਨਾਂ ਬਾਰੇ ਜ਼ਰੂਰ ਸੰਗਤ ਨੂੰ ਦੱਸਣਾ ਹੈ। ਸੋ ਇਸ ਪ੍ਰਕਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਪੁਸਤਕ ਛਪੀ ਮਾਤਾ ਸਾਹਿਬ ਕੌਰ ਦੇ ਨਾਮ ਤੇ ਗਿਆਨੀ ਹਰੀ ਸਿੰਘ ਜੀ ਨੇ ਇਹ ਪੁਸਤਕ ਲਿਖੀ ਹੈ। ਦਾਸ ਨੂੰ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਦਾ ਰਹਿੰਦਾ, ਖੋਜ ਕਰਦੇ ਰਹਿੰਦੇ ਕੋਈ ਨਵੀਂ ਪੁਸਤਕ ਮਿਲੇ। ਮਾਤਾ ਸੁੰਦਰ ਕੌਰ ਜੀ ਦਾ ਜੀਵਨ ਦਿੱਲੀ ਤੋਂ ਸਾਨੂੰ ਜੋ ਛਾਪਿਆ ਹੈ ਡਾਕਟਰ ਮਹਿੰਦਰ ਕੌਰ ਗਿੱਲ ਜੀ ਨੇ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਮਾਤਾ ਜੀਤ ਕੌਰ ਜੀ ਦਾ ਪਾਵਨ ਇਤਿਹਾਸ ਜਨਮ, ਉਹਨਾਂ ਦੇ ਕੌਤਕ। ਜਦੋਂ ਤੱਕ ਸੰਗਤਾਂ ਦੇ ਸਾਹਮਣੇ ਇਹ ਚੀਜ਼ਾਂ ਨਹੀਂ ਆਉਂਦੀਆਂ ਉਦੋਂ ਤੱਕ ਸੰਗਤਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਕਿ ਜਿਵੇਂ ਮਾਤਾ ਖੀਵੀ ਜੀ ਬਾਰੇ ਗੁਰਬਾਣੀ ਦੇ ਅੰਦਰ ਬਚਨ ਆਇਆ, ਸੱਤਾ ਬਲਵੰਡਾ ਹੀ ਲਿਖਿਆ, ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ। ਇੱਕ ਮਾਤਾ ਦਾ ਨਾਮ ਗੁਰਬਾਣੀ ਦੇ ਵਿੱਚ ਆਇਆ, ਮਾਤਾ ਖੀਵੀ ਜੀ, ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਲ। ਮਾਤਾ ਜੀ ਨੇ ਬਹੁਤ ਸੇਵਾ ਕੀਤੀ। ਇਸੇ ਤਰ੍ਹਾਂ ਮਾਤਾ ਜੀਤ ਕੌਰ ਜੀ ਨੇ ਵੀ ਬਹੁਤ ਸੇਵਾ ਕੀਤੀ ਹੈ ਗੁਰੂ ਘਰ ਦੀ। ਮਾਤਾ ਸੁੰਦਰ ਕੌਰ ਜੀ ਨੇ ਬਹੁਤ ਸੇਵਾ ਕੀਤੀ। ਮਾਤਾ ਸੁੰਦਰ ਕੌਰ ਜੀ 10ਵੇਂ ਪਾਤਸ਼ਾਹ ਤੋਂ 40 ਸਾਲ ਬਾਅਦ ਤੱਕ ਰਹੇ। ਮਾਤਾ ਸਾਹਿਬ ਕੌਰ ਜੀ 38 ਸਾਲ ਦੇ ਕਰੀਬ ਬਾਅਦ ਚ ਰਹੇ। ਪੰਥ ਦੀ ਬਾਗਡੋਰ ਸੰਭਾਲ ਕੇ
ਥਾਂ ਥਾਂ ਤੇ ਹੁਕਮਨਾਮੇ ਭੇਜਣੇ, ਸੇਵਾ ਲੈਣੀ ਸਿੰਘਾਂ ਨੂੰ, ਇਸ ਪ੍ਰਕਾਰ ਪ੍ਰੇਰਦੇ ਰਹਿਣਾ। ਉਹਨਾਂ ਦੇ ਹੁਕਮਨਾਮਿਆਂ ਤੋਂ ਆਪਾਂ ਨੂੰ ਪਤਾ ਲੱਗੇਗਾ ਕਿਸ ਪ੍ਰਕਾਰ ਹੁਕਮਨਾਮੇ ਭੇਜਦੇ ਰਹੇ ਨੇ। ਆਓ ਪਹਿਲਾਂ ਸਭ ਤੋਂ ਜਿਸ ਪ੍ਰਕਾਰ ਆਦਿਕਾ ਤੇ ਇਤਿਹਾਸਕ ਤੱਥ, ਪਹਿਲਾ ਸੰਸਕਰਣ ਜਿਹੜਾ ਲਿਖਿਆ ਗਿਆਨੀ ਹਰੀ ਸਿੰਘ ਜੀ ਨੇ, ਸੋ ਵਿਚਾਰ ਲਿਖਦੇ ਹਨ ਆਪਣੇ ਨਾਲ ਨਾਲ, ਜਿਵੇਂ ਜਿਵੇਂ ਦਾਸ ਨੇ ਪੜ੍ਹਿਆ ਉਹਨਾਂ ਦਾ ਵਿਚਾਰ, ਅਤੇ ਜੈਸਾ ਵਿਚਾਰ ਫਿਰ ਆਪਾਂ ਨੂੰ ਮਿਲੇਗਾ, ਕੁਝ ਵਿਚਾਰ ਉਹਦੇ ਉੱਤੇ ਕਰਨ ਦੀ ਜ਼ਰੂਰਤ ਹੋਈ ਤਾਂ ਕਰਾਂਗੇ। ਇਹਦੇ ਵਿੱਚ ਜਿਵੇਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਵੀ ਬਚਨ ਕੀਤਾ ਹੈ ਕਿ ਸਿੱਖਾਂ ਨੇ ਇਤਿਹਾਸ ਬਹੁਤ ਬਣਾਇਆ ਹੈ ਪਰ ਸੰਭਾਲਿਆ ਨਹੀਂ ਹੈ ਉਹਨੂੰ। ਸੋ ਜਿੰਨਾ ਜ਼ਿਆਦਾ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਤਿਹਾਸ ਪੈਦਾ ਕੀਤਾ, ਉਨੀ ਵੱਧ ਅਣਗਹਿਲੀ ਇਤਿਹਾਸ ਆਪ ਲਿਖਣ ਤੇ ਲਿਖਾਉਣ 'ਚ ਵਰਤੀ ਉਹਨਾਂ ਨੇ। ਇਹ ਸਾਡੀ ਕਮਜ਼ੋਰੀ ਹੈ, ਸਾਡੀ ਕਮੀ ਹੈ, ਇਤਿਹਾਸ ਨੂੰ ਸੰਭਾਲ ਨਹੀਂ ਸਕੇ। ਸੋ ਇਸ ਕਥਨ ਦੀ ਸੱਚਾਈ ਦਾ ਅਹਿਸਾਸ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਦਾ ਇਤਿਹਾਸ ਖੋਜਣ ਵਿੱਚ ਹੋਇਆ। ਗੁਰੂ ਸਾਹਿਬਾਂ ਤੇ ਉਹਨਾਂ ਦੇ ਮਹਿਲਾਂ, ਸਾਹਿਬਜ਼ਾਦਿਆਂ ਤੇ ਸਿੱਦਕੀ ਸਿੱਖਾਂ ਨੇ ਬਹੁਤ ਭਾਰੀ ਕੁਰਬਾਨੀਆਂ ਕੀਤੀਆਂ, ਪਰ ਇਤਿਹਾਸਕਾਰਾਂ ਨੇ ਉਹਨਾਂ ਦੇ ਜਿਤਨੇ ਵੀ ਬੜੇ ਬੜੇ ਕਾਰਨਾਮੇ ਸੀ ਉਹ ਲਿਖਣ ਵਿੱਚ ਸਹਿਬਨ ਭੁਲੇਖੇ ਪਾ ਤੇ, ਜਿਨ੍ਹਾਂ ਨੂੰ ਸੋਧਣ ਦੀ ਹਲੇ ਹੋਰ ਬੜੀ ਅੱਗੇ ਅੱਗੇ ਲੋੜ ਹੈ। ਮਾਤਾ ਸਾਹਿਬ ਕੌਰ ਜੀ ਨਾ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਧਰਮ ਸਪਤਨੀ ਸਨ, ਬਲਕਿ ਖੰਡੇ ਦੀ ਧਾਰ ਤੋਂ ਸਾਜੇ ਖਾਲਸਾ ਪੰਥ ਦੀ ਕਰਮਸ਼ੀਲ ਮਾਤਾ ਜੀ ਵੀ ਹਨ। ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਸੰਕਲਪ ਅਤੇ ਪਤੀ ਦੇ ਪਰਨ ਨੂੰ ਅੰਤਮ ਸਵਾਸਾਂ ਤੱਕ ਨਿਭਾਉਣ ਲਈ ਸੰਜਮ ਭਰਿਆ, ਸੱਚਾ ਅਤੇ ਸੁੱਚਾ ਜੀਵਨ ਬਤੀਤ ਕਰਕੇ ਨਾਰੀ ਸਮਾਜ ਨੂੰ ਜਿਉਣ ਲਈ ਸ਼ੀਲ ਤੇ ਸੰਜਮ ਦਾ ਆਦਰਸ਼ਕ ਰਾਹ ਵਿਖਾਇਆ। ਉਹਨਾਂ ਨੇ ਆਪਣੇ ਪਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪ੍ਰਲੋਕ ਗਮਨ ਤੋਂ ਬਾਅਦ ਪਤੀ ਗੁਰੂ ਦੇ ਦੱਸੇ ਨਿਯਮਾਂ ਅਨੁਸਾਰ ਆਪਣੇ ਨਾਦੀ ਪੁੱਤਰ ਜੋ ਖਾਲਸਾ ਹੈ, ਸੋ ਖਾਲਸਾ ਪੰਥ ਦੀ ਸਹੀ ਅਗਵਾਈ ਕੀਤੀ ਹੈ। ਮਾਤਾ ਸਾਹਿਬ ਕੌਰ ਜੀ ਦਾ ਜੀਵਨ ਚਰਿੱਤਰ ਇੱਕ ਆਦਰਸ਼ ਮਾਤਾ ਦਾ ਬਹੁਤ ਹੀ ਅਦਭੁਤ ਪ੍ਰਤੀਕ ਹੈ। ਮਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੂਰਨ ਵਿਸ਼ਵਾਸ ਪਾਤਰ ਸੀ। ਇਸ ਲਈ ਸਤਿਗੁਰੂ ਜੀ ਨੇ ਉਹਨਾਂ ਦੀ ਇੱਛਾ ਅਨੁਸਾਰ ਦੱਖਣ ਦੀ ਬਹੁਤ ਜਿਹੜੀ ਸਖਤ ਯਾਤਰਾ ਸੀ, ਕਠਨ ਸੀ, ਯਾਤਰਾ ਵਿੱਚ ਉਹਨਾਂ ਨੂੰ ਨਾਲ ਲਿਜਾਣਾ ਸਵੀਕਾਰ ਕੀਤਾ ਸੀ। ਗੁਰਦੇਵ ਪਿਤਾ ਜੀ ਨੇ ਅੰਤਮ ਵਿਦਾਇਗੀ ਸਮੇਂ ਉਹਨਾਂ ਨੂੰ ਅਧਿਕਾਰ ਮੋਹਰ ਬਖਸ਼ਿਸ਼ ਕੀਤੀ। ਉਹਨਾਂ ਨੇ ਲਗਭਗ 36 ਸਾਲ ਖਾਲਸੇ ਪੁੱਤਰ ਦੀ ਸਰਪ੍ਰਸਤੀ ਕੀਤੀ ਅਤੇ ਨਾਜ਼ੁਕ ਦੌਰ ਸਮੇਂ ਸੱਚੀ ਅਗਵਾਈ ਵੀ ਕੀਤੀ। ਪਰ ਉਹਨਾਂ ਦੇ ਜੀਵਨ ਸੰਬੰਧੀ ਜਿਹੜਾ ਨਾ ਇਤਿਹਾਸਕ ਤੱਥ ਅਧੂਰੇ ਨੇ। ਉਹਨਾਂ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਤੇ ਸਾਖੀਆਂ ਵਿੱਚ ਇੱਕ ਸੁਰਤਾ ਨਹੀਂ ਆਉਂਦੀ, ਇਹ ਕੁਦਰਤੀ ਹੋ ਜਾਂਦਾ। ਇਤਿਹਾਸ ਵਿੱਚ ਆਪਣੇ ਬਹੁਤ ਸਾਰੇ ਸਨ, ਕੋਈ ਈਸਵੀ ਹੈ, ਕੋਈ ਬਿਕਰਮੀ ਹੈ, ਆਪਸ ਵਿੱਚ ਕੋਈ ਤਰੀਕਾਂ ਮੇਲ ਨਹੀਂ ਖਾਂਦੀਆਂ, ਫਿਰ ਵੀ ਕੋਸ਼ਿਸ਼ ਕਰਨੀ ਹੈ ਇੱਕ ਸੁਰਤਾ ਹੋਵੇ। ਬਹੁਤੀਆਂ ਲਿਖਾਰੀਆਂ ਦੀ ਆਪਸ ਵਿੱਚ ਖੋਜ ਹਲੇ ਹੋਰ ਜ਼ਰੂਰਤ ਹੈ। ਸੋ ਜਾਪਦਾ ਹੈ ਬਈ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਮਹਿਲਾਂ ਦੇ ਜੀਵਨ ਇਤਿਹਾਸ ਵਿੱਚ ਕੁਝ ਜਿਵੇਂ ਕਵੀ ਸੈਨਾਪਤੀ ਦੇ ਸਮੇਂ ਤੋਂ ਭੁਲੇਖੇ ਪੈਣੇ ਸ਼ੁਰੂ ਹੋ ਗਏ ਸੀ, ਜਿਨ੍ਹਾਂ ਦੀ ਸੋਧ ਲਈ ਹੁਣ ਸਫਲ ਜਿਹੜੇ ਯਤਨ ਨਹੀਂ ਹੋ ਸਕੇ ਹਨ। ਸੋ ਇਸ ਪ੍ਰਕਾਰ ਕੁਝ ਵਿਚਾਰਾਂ ਉਹਨਾਂ ਦੀਆਂ ਨੇ। ਚਲੋ ਰਹੁ ਵਿਚਾਰ। ਮਾਤਾ ਜੀ ਦੇ ਆਨੰਦ ਕਾਰਜ ਦੀ ਸਹੀ ਤਰੀਕ ਜਿਹੜੀ ਆ ਉਹ 18 ਵਿਸਾਖ ਸੰਮਤ 1757 ਬਿਕਰਮੀ 1700 ਈਸਵੀ ਹੈ, ਤੇ ਜੋ ਆਨੰਦਪੁਰ ਸਾਹਿਬ ਵਿੱਚ ਹੋਇਆ। ਇਸ ਬਾਰੇ ਬਹੁਤੇ ਇਤਿਹਾਸਕਾਰ ਇੱਕ ਮਤ ਨੇ। ਇਸ ਕਰਕੇ ਜਿੱਥੇ ਬਹੁਤੇ ਇੱਕ ਮਤ ਹੁੰਦੇ ਨੇ ਉੱਥੇ ਉਹ ਚੀਜ਼ ਮੰਨੀ ਵੀ ਜਾ ਸਕਦੀ ਹੈ। ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਲਿਖਤ ਸ੍ਰੀ ਗੁਰੂ ਤੀਰਥ ਸੰਗ੍ਰਹਿ ਵਿੱਚ ਮਾਤਾ ਜੀ ਦਾ ਪ੍ਰਲੋਕ ਗਮਨ ਦਾ ਸੰਮਤ 1804 ਬਿਕਰਮੀ ਲਿਖਿਆ, ਜਿਹਨੂੰ ਗਿਆਨੀ ਹਰੀ ਸਿੰਘ ਸਲਾਰ ਨੇ ਖਾਲਸੇ ਦੀ ਮਾਤਾ ਵਿੱਚ ਸਹੀ ਮੰਨਿਆ, ਤੇ ਇਹ ਠੀਕ ਵੀ ਹੈ ਕਿਉਂਕਿ ਮਾਤਾ ਜੀ ਸੰਬੰਧ ਵਿੱਚ ਜਿਹੜਾ ਲਿਖਿਆ ਹੈ ਗੁਰਪ੍ਰਤਾਪ ਸੂਰਜਕ੍ਰਿਤ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਮਹਾਨ ਕੋਸ਼ਕ੍ਰਿਤ ਭਾਈ ਕਾਹਨ ਸਿੰਘ ਜੀ
ਪ੍ਰਕਾਸ਼ਕ ਜਿਹੜਾ ਭਾਸ਼ਾ ਵਿਭਾਗ, ਪੰਥ ਪ੍ਰਕਾਸ਼ਕ੍ਰਿਤ ਗਿਆਨੀ ਗਿਆਨ ਸਿੰਘ ਜੀ ਪ੍ਰਕਾਸ਼ਕ ਭਾਸ਼ਾ ਵਿਭਾਗ ਨੇ, ਹੁਕਮਨਾਮੇ ਸੰਪਾਦਕ ਡਾਕਟਰ ਗੰਡਾ ਸਿੰਘ ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ, ਮਾਤਾ ਸੁੰਦਰੀ ਜੀ ਕ੍ਰਿਤ ਡਾਕਟਰ ਮਹਿੰਦਰ ਕੌਰ ਗਿੱਲ ਦਿੱਲੀ, ਗੁਰੂ ਕੇ ਮਹਿਲ ਕ੍ਰਿਤ ਬਾਬੂ ਖਜਾਨ ਸਿੰਘ ਜੀ ਵੱਲੋਂ, ਖਾਲਸੇ ਦੀ ਮਾਤਾ ਕ੍ਰਿਤ ਗਿਆਨੀ ਹਰੀ ਸਿੰਘ ਸਲਾਰ ਵੱਲੋਂ ਲਿਖੀ ਗਈ, ਸ੍ਰੀ ਗੁਰੂ ਬੰਸਾਵਲੀ ਕ੍ਰਿਤ ਕੇਸਰ ਸਿੰਘ ਛਿੱਬਰ ਵੱਲੋਂ, ਸ੍ਰੀ ਗੁਰੂ ਸੋਭਾ ਕ੍ਰਿਤ ਸੈਨਾਪਤੀ ਸੰਪਾਦਿਤ ਡਾਕਟਰ ਗੰਡਾ ਸਿੰਘ, ਸਿੱਖ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਲਿਖਿਆ ਗਿਆ, ਇਹਨਾਂ ਵਿੱਚ ਕੋਸ਼ਿਸ਼ ਕੀਤੀ ਹੈ ਸਾਰੇ ਤੱਥ ਇਕੱਠੇ ਕੀਤੇ ਜਾਣ। ਜਿਹੜੇ ਧਰਮ ਪੋਥੀ ਨੰਬਰ 7-8 ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰ ਇਤਿਹਾਸ ਲੇਖਕ ਸੋਹਣ ਸਿੰਘ ਸੀਤਲਾਦਿਕ, ਇਹ ਕਾਫੀਆਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਤਿਹਾਸ ਨੂੰ ਸਹੀ ਢੰਗ ਨਾਲ ਖੋਜ ਕੇ ਲਿਖੀਏ। ਇਸੇ ਤਰ੍ਹਾਂ ਮਾਤਾ ਜੀ ਦੇ ਪਿਤਾ ਦਾ ਨਾਂ ਇੱਕ ਲੇਖਕ ਨੇ ਜਿਵੇਂ ਲਿਖਿਆ ਹੈ ਰਾਮੂ, ਪਰ ਇਹ ਰਾਮੂ ਬਸੀ ਜਿਹੜਾ ਬਸੀ ਗੋਤ ਸੀ ਇਹਨਾਂ ਦਾ। ਇਸ ਤਰ੍ਹਾਂ ਬਹੁਤ ਸਾਰੀਆਂ ਖੋਜਾਂ ਹੋਈਆਂ। ਪ੍ਰਸਿੱਧ ਵਿਦਵਾਨ ਇਤਿਹਾਸ ਖੋਜੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਸ਼ੇਸ਼ ਗਿਆਨੀ ਲਾਲ ਸਿੰਘ ਜੀ ਨੇ ਇਸ ਪੁਸਤਕ ਦੇ ਖਰੜੇ ਦੀ ਸੋਧ ਕਰਕੇ ਕਈ ਇਤਿਹਾਸਕ ਤੱਥਾਂ ਸੰਬੰਧੀ ਆਪਣੀ ਕੀਮਤੀ ਰਾਏ ਦਿੱਤੀ ਹੈ। ਸੋ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗਿਆਨੀ ਹਰੀ ਸਿੰਘ ਜੀ ਨੇ ਕੀਤਾ ਹੈ। ਲਿਖਦੇ ਨੇ ਇਸ ਸੰਬੰਧ ਵਿੱਚ, ਜੇ ਵਿਦਵਾਨ ਖੋਜੀ ਸੱਜਣ ਤੇ ਸਿੱਖ ਇਤਿਹਾਸ ਤੋਂ ਜਾਣੂ ਸੱਜਣ ਕੋਈ ਹੋਰ ਯੋਗ ਜਾਣਕਾਰੀ ਦੇਣ ਤਾਂ ਇਹ ਖਾਲਸਾ ਪੰਥ ਅਤੇ ਪਾਠਕਾਂ ਦੀ ਮਹਾਨ ਸੇਵਾ ਹੋਵੇਗੀ। ਆਪਾਂ ਉਹਨਾਂ ਨੂੰ ਸਲਾਹ ਦੇ ਸਕਦੇ ਹਾਂ ਕਿ ਇਸ ਤਰ੍ਹਾਂ ਨਹੀਂ ਹਲਿਆ, ਇਹ ਜਿਵੇਂ ਆਪਾਂ ਇਤਿਹਾਸ ਪੜ੍ਹਦੇ ਜਾਂ ਸੁਣਾਉਂਦੇ ਹਾਂ ਜਾਂ ਅਸੀਂ ਵੀ ਕੋਈ ਕਥਾ ਸੁਣਾਉਂਦੇ ਹਾਂ, ਕੋਈ ਲਾਸਟ ਨਹੀਂ ਹੁੰਦਾ ਵੀ ਮੈਂ ਬਿਲਕੁਲ ਠੀਕ ਹੀ ਸੁਣਾ ਦਿੱਤਾ। ਇਹਨਾਂ ਗੱਲਾਂ ਦਾ ਹਮੇਸ਼ਾ ਖਿਆਲ ਰੱਖਣਾ। ਜੋ ਸੁਣਾਇਆ ਜਾਂਦਾ ਹੈ ਮਨੁੱਖੀ ਬੁੱਧੀ ਅਨੁਸਾਰ ਕਈ ਉਹਦੇ ਵਿੱਚ ਬਾਅਦ ਵਿੱਚ ਵੀ ਸੋਧਾਂ ਹੋ ਸਕਦੀਆਂ ਨੇ। ਇਸ ਪ੍ਰਕਾਰ ਲਿਖਦੇ ਨੇ ਕਿ ਪ੍ਰਾਰੰਭ ਕਰਦੇ ਜਿਵੇਂ ਖਾਲਸੇ ਦੀ ਮਾਤਾ, ਪੰਥ ਖਾਲਸਾ ਦੀ ਧਰਮ ਮਾਤਾ ਅਤੇ ਪੰਥ ਦੇ ਸਾਜਨਹਾਰ ਗੁਰੂ ਗੋਬਿੰਦ ਸਿੰਘ ਦੇ ਛੋਟੇ ਮਹਿਲ ਮਾਤਾ ਸਾਹਿਬ ਕੌਰ ਜੀ ਭਾਰਤੀ ਨਾਰੀਆਂ ਵਿੱਚ ਸਰਵਉੱਚ ਸਥਾਨ ਰੱਖਣ ਵਾਲੀ ਮਹਾਨ ਇਸਤਰੀ ਹੈ। ਇਹ ਇਹਨਾਂ ਨੇ ਸੰਸਾਰਕ ਪੱਖ ਰੱਖਿਆ ਹੈ। ਬਾਕੀ ਜਿਹੜਾ ਰੂਹਾਨੀ ਪੱਖ ਹੈ ਮਾਤਾ ਜੀ ਦਾ, ਉਹ ਤਾਂ ਆਪਾਂ ਨੂੰ ਪਤਾ ਹੈ ਕਿ ਉਹ ਸ੍ਰਿਸ਼ਟੀ ਦੇ ਮਾਲਕ ਨੇ। ਇਹ ਬਹੁਤੀਆਂ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਗਿਆਨ ਹੁੰਦਾ। ਮਾਤਾ ਜੀ ਸੰਪੂਰਨ ਬ੍ਰਹਮ ਗਿਆਨ ਵਿੱਚ ਬਿਰਾਜਮਾਨ ਨੇ, ਮਹਾਂਪੁਰਖ ਨੇ। ਗੁਰੂ ਕੇ ਮਹਿਲ ਬਣਨਾ ਕੋਈ ਸੌਖੀ ਗੱਲ ਨਹੀਂ। ਬੜਾ ਬੜਾ ਇਤਿਹਾਸ ਪਿਆ ਹੈ, ਹਾਲੇ ਇੰਨਾ ਛੋਟਾ ਛੋਟਾ ਇਤਿਹਾਸ ਹੀ ਜਾਣ ਲਈਏ। ਉਹਨਾਂ ਦਾ ਜੀਵਨ ਬੜਾ ਵਿਲੱਖਣ, ਸ਼ਰਧਾ, ਸਿਦਕ, ਤਿਆਗ ਅਤੇ ਪ੍ਰੇਮ ਭਰਪੂਰ ਸੀ। ਉਹਨਾਂ ਨੇ ਆਪਣੇ ਪਿਤਾ ਦੇ ਸੰਕਲਪ, ਮਾਤਾ ਜੀ ਦੀ ਆਸ਼ੀਰਵਾਦ ਅਤੇ ਆਪਣੇ ਗੁਰੂਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਸਥ ਤਿਆਗ ਕੇ ਬ੍ਰਹਮਚਰਯ ਧਾਰਨ ਕਰਨ ਦੇ ਪਰਨ ਨੂੰ ਅੰਤਮ ਸਵਾਸ ਤੱਕ ਪੂਰੀ ਦ੍ਰਿੜਤਾ ਨਾਲ ਨਿਭਾਇਆ। ਮਾਤਾ ਸਾਹਿਬ ਕੌਰ ਜੀ ਨੇ ਸਤਿਗੁਰੂ ਜੀ ਦੇ ਮਹਿਲਾਂ ਵਿੱਚ ਪ੍ਰਵੇਸ਼ ਕਰਨ ਬਾਅਦ ਸਾਰਾ ਜੀਵਨ ਬਾਣੀ ਪੜ੍ਹਦਿਆਂ, ਸੰਗਤ ਦੀ ਸੇਵਾ ਕਰਦਿਆਂ ਤੇ ਗੁਰੂਪਤੀ ਦੇ ਦਰਸ਼ਨ ਕਰਦਿਆਂ ਹੀ ਬਤੀਤ ਕੀਤਾ ਹੈ। ਇਸ ਕਰਕੇ ਇਤਿਹਾਸਕਾਰਾਂ ਨੇ ਉਹਨਾਂ ਨੂੰ ਕੁਆਰਾ ਡੋਲਾ ਕਰਕੇ ਵੀ ਲਿਖਿਆ। ਇਤਿਹਾਸ ਵਿੱਚ ਇਹ ਆਉਂਦਾ ਵੀ ਇਸੇ ਪ੍ਰਕਾਰ ਹੈ। ਸੋ ਡਾਕਟਰ ਤਰਲੋਚਨ ਸਿੰਘ ਨੇ ਆਪਣੀ ਪੁਸਤਕ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਵਿੱਚ ਲਿਖਿਆ ਕਿ ਮੁਗਲਾਂ ਦੇ ਸ਼ਾਹੀ ਰਿਕਾਰਡ ਵਿੱਚ ਉਹਨਾਂ ਨੂੰ ਕੁਆਰਾ ਡੋਲਾ ਹੀ ਲਿਖਿਆ। ਮਾਤਾ ਸਾਹਿਬ ਕੌਰ ਜੀ ਦਾ ਉੱਚਾ ਚਰਿੱਤਰ ਦੁੱਖ ਸੁੱਖ ਵਿੱਚ ਮਹਾਰਾਜ ਦੇ ਨਾਲ ਹੈ ਕਿ ਉਹਨਾਂ ਦੀ ਸੇਵਾ ਕਰਨ ਲਈ ਬਹੁਤ ਪ੍ਰਸਿੱਧ ਨੇ। ਬੜਾ ਹੀ ਸਬਰ, ਸਿਦਕ, ਸੰਤੋਖ, ਨਿਮਰਤਾ, ਬਹੁਤ ਉੱਚ ਗੁਣ ਨੇ ਮਾਤਾ ਜੀ ਦੇ ਵਿੱਚ। ਕਿਉਂ ਖਾਲਸੇ ਦੀ ਮਾਤਾ ਮਹਾਰਾਜ ਨੇ ਐਵੇਂ ਨਹੀਂ ਬਣਾਇਆ ਉਹਨਾਂ ਨੂੰ। ਸੋ ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਿਨਾਂ ਮਾਤਾ ਜੀ ਕਦੇ ਵੀ ਅੰਨ ਪਾਣੀ ਨਹੀਂ ਸੀ ਛਕਿਆ ਕਰਦੇ। ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ 5ਵੀਂ ਰੁੱਤ ਵਿੱਚ ਅੰਸੂ 1 ਚ ਲਿਖਿਆ, ਦਰਸ਼ਨ ਕਰੇ ਤਾਂ ਭੋਜਨ ਪਾਵੈ, ਨਤ ਨਿਸ ਬਾਸਰ ਛੁਦਤ ਬਿਹਾਵੈ। ਜੇ ਦਰਸ਼ਨ ਕਰਨੇ ਮਹਾਰਾਜ 10ਵੇਂ ਪਾਤਸ਼ਾਹ ਦੇ ਤਾਂ ਭੋਜਨ ਛਕਣਾ, ਨਹੀਂ ਤਾਂ ਇਸ ਤਰ੍ਹਾਂ ਭੁੱਖਾ ਹੀ ਰਹਿਣਾ। ਕਈ ਵਾਰ ਮਹਾਰਾਜ ਤੋਂ ਨਹੀਂ ਸੀ ਜਾ ਹੁੰਦਾ ਰੁਝੇਵਿਆਂ ਕਾਰਨ ਮਾਤਾ ਸਾਹਿਬ ਕੌਰ ਦੇ ਸਥਾਨ ਤੇ, ਤਾਂ ਫਿਰ ਮਾਤਾ ਜੀ ਨੇ ਲੰਗਰ ਪਾਣੀ ਤਿਆਰ ਕਰਕੇ ਬੈਠੇ ਰਹਿਣਾ, ਉਡੀਕਣਾ। ਜੇ ਨਹੀਂ ਆਏ ਤਾਂ ਛਕਣਾ ਨਹੀਂ ਹੈ। ਇਹ ਇੱਕ ਪਰਨ ਸੀ ਮਾਤਾ ਜੀ ਦਾ। ਇਤਿਹਾਸ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਅੰਤਮ ਸਫ਼ਰ ਸਮੇਂ ਜਦੋਂ ਉਹਨਾਂ ਨੂੰ ਨੰਦੇੜ ਮਹਾਰਾਸ਼ਟਰ ਤੋਂ ਦਿੱਲੀ ਵਾਪਸ ਪਰਤਣ ਦਾ ਹੁਕਮ ਦਿੱਤਾ ਤਾਂ ਉਹ ਸਖਤ ਬਹੁਤ ਜ਼ਿਆਦਾ ਪਰੇਸ਼ਾਨ ਹੋਏ।
ਉਹਨਾਂ ਨੇ ਵਿਛੋੜੇ ਦਾ ਦੁੱਖ ਨਾ ਸਹਾਰਦੇ ਹੱਥ ਜੋੜ ਕੇ ਨਿਮਰਤਾ ਨਾਲ ਮਹਾਰਾਜ ਨੂੰ ਬੇਨਤੀ ਕੀਤੀ। ਜਿਵੇਂ ਕਵੀ ਜੀ ਨੇ ਲਿਖਿਆ, ਤੁਮ ਬਿਨ ਮੋਰ ਅਲੰਬ ਨ ਕੋਈ, ਦੇਖ ਅਚੋਂ ਜਲ ਭੋਜਨ ਦੋਈ। ਅਲੰਬ ਹੁੰਦਾ ਆਸਰਾ, ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਮੈਂ ਤਾਂ ਦਰਸ਼ਨ ਕਰਕੇ ਜਲ ਗ੍ਰਹਿਣ ਕਰਦੀ ਹਾਂ, ਭੋਜਨ ਛਕਦੀ ਹਾਂ। ਵਿਛਰੇ ਤੇ ਦਰਸ਼ਨ ਕਿਮ ਹੋਏ, ਸਹੇ ਕਸ਼ਟ ਪ੍ਰਾਣਨ ਕੋ ਖੋਏ। ਮਹਾਰਾਜ ਵਿਛੜਿਆ ਫਿਰ ਦਰਸ਼ਨ ਨਹੀਂ ਹੋਣੇ, ਤੇ ਮੈਂ ਤਾਂ ਕੁਛ ਛਕਣਾ ਨਹੀਂ, ਫਿਰ ਇਹ ਦਰਸ਼ਨ ਨਹੀਂ ਹੋਣੇ, ਤੇ ਮੈਂ ਤਾਂ ਫਿਰ ਪ੍ਰਾਣ ਆਪਣੇ ਦੇ ਦੇਣੇ ਨੇ। ਦੇਖੋ ਇੰਨਾ ਪੜ੍ਹਨਾ ਨਿਭਾਉਣਾ ਬਹੁਤ ਔਖਾ ਹੈ। ਕਈ ਵਾਰ ਮਹਾਰਾਜ ਨੇ ਜਾਣ ਕੇ 7 ਦਿਨ ਤੱਕ ਵੀ ਨਾ ਜਾਣਾ। ਮਾਤਾ ਜੀ ਨੇ 7 ਦਿਨ ਫਿਰ ਬਸ ਸਮਾਧੀ ਲਾ ਕੇ ਬੈਠੇ ਰਹਿਣਾ ਆਨੰਦ ਦੀ ਅਵਸਥਾ 'ਚ। ਛਕਣਾ ਉਦੋਂ ਹੀ ਹੈ ਜਦੋਂ ਮਹਾਰਾਜ ਨੇ ਛਕਣਾ। ਤੇ ਜਿਨ੍ਹਾਂ ਨੂੰ ਨਹੀਂ ਪਤਾ ਮਾਤਾ ਦੇ ਜੀਵਨ ਦਾ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ। ਜਿਹੜੇ ਤਾਂ ਸਮਝਦੇ ਨੇ ਮਾਤਾਵਾਂ ਨੂੰ ਆਪਣੀਆਂ ਮਾਤਾਵਾਂ, ਉਹਨਾਂ ਦੇ ਅੰਦਰ ਤਾਂ ਸ਼ਰਧਾ ਹੈ। ਜਿਹੜੇ ਐਵੇਂ ਹੀ ਬਾਹਰੋਂ ਉਲ ਜਲੂਲ ਬੋਲੀ ਜਾਂਦੇ ਨੇ, ਉਹਨਾਂ ਨੂੰ ਨਹੀਂ ਇਹਨਾਂ ਗੱਲਾਂ ਦਾ ਗਿਆਨ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਅੱਖਾਂ ਵਿੱਚ ਜਦੋਂ ਅਥਰੂ ਦੇਖੇ, ਹੁਣ ਦਇਆ ਵੀ ਆ ਗਈ। ਫਿਰ ਸਤਿਗੁਰਾਂ ਨੇ ਦਇਆ ਕਰਕੇ 6ਵੇਂ ਸਤਿਗੁਰਾਂ ਦੇ 5 ਸ਼ਸਤਰ ਮੰਗਾਏ, ਜੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਰੀਰ ਉੱਤੇ ਸਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੁਭਾਇਮਾਨ ਹੁੰਦੇ ਸਨ। ਇਹਨਾਂ ਵਿੱਚ ਇੱਕ ਖੰਜਰ ਤੇ 2 ਜਮਧਰ ਸੀਗੀਆਂ, ਇੱਕ ਕਿਰਪਾਨ ਸੀ ਅਤੇ ਇੱਕ ਖੰਡਾ। ਇਹ 5 ਸ਼ਸਤਰ ਆਪਣੇ ਮਹਿਲ ਮਾਤਾ ਸਾਹਿਬ ਕੌਰ ਨੂੰ ਸੌਂਪ ਕੇ ਬਚਨ ਕੀਤਾ ਕਿ ਇਹਨਾਂ ਸ਼ਸਤਰਾਂ ਦੇ ਦਰਸ਼ਨ ਹੀ ਸਾਡਾ ਦਰਸ਼ਨ ਹੋਵੇਗਾ। ਉਹਨਾਂ ਸ਼ਸਤਰ ਸੰਭਾਲ ਕੇ ਪਤੀ ਗੁਰੂ ਦੇ ਹੁਕਮ ਅੱਗੇ ਸਿਰ ਝੁਕਾਤਾ ਅਤੇ ਵਿਰਾਗ ਭਰੇ ਦਿਲ ਨਾਲ ਦਿੱਲੀ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਕਰਮਸ਼ੀਲ ਮਾਤਾ ਸਾਹਿਬ ਕੌਰ ਜੀ ਨੇ ਪਤੀ ਵਿਛੋੜੇ ਦਾ ਰਹਿੰਦਾ ਜੀਵਨ ਇਹਨਾਂ ਸ਼ਸਤਰਾਂ ਦੇ ਦਰਸ਼ਨ ਅਤੇ ਸੰਗਤਾਂ ਦੇ ਲੰਗਰ ਦੀ ਸੇਵਾ ਵਿੱਚ ਨਿਭਾਇਆ। ਉਹ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਦਾ ਨਿਤਨੇਮ ਕਰਕੇ ਫਿਰ ਜਲ ਪਾਣੀ ਛਕਿਆ ਕਰਦੇ ਸੀ। ਪਹਿਲਾਂ ਕੀ ਕਰਨਾ, ਪੁਸ਼ਪ ਧੂਲ ਚੰਦਨ ਚਰਚਾਵੈ, ਦਰਸ਼ਨ ਕਰ ਭੋਜਨ ਕੋ ਪਾਵੈ। ਪਹਿਲਾਂ ਫੁੱਲ, ਇਸੇ ਪ੍ਰਕਾਰ ਚੰਦਨ ਛਿੜਕਣਾ, ਸ਼ਸਤਰਾਂ ਦੇ ਦਰਸ਼ਨ ਕਰਨੇ। ਮਹਾਰਾਜ ਨੇ ਇਹ ਬਚਨ ਕੀਤਾ ਸੀ, ਕਈ ਚੀਜ਼ਾਂ ਨਹੀਂ ਵੀ ਇਤਿਹਾਸਕਾਰ ਲਿਖਦੇ। ਮਹਾਰਾਜ ਨੇ ਜਿਹੜਾ ਬਚਨ ਸੂਰਜ ਪ੍ਰਕਾਸ਼ ਗ੍ਰੰਥ 'ਚ ਕਥਾ ਕਰਦੇ ਆਇਆ ਹੈ, ਗੁਰਾਂ ਨੇ ਬਚਨ ਕੀਤਾ, ਸ਼ਸਤਰਾਂ ਦਾ ਇਸ਼ਨਾਨ ਕਰਾਉਣਾ, ਫੁੱਲ ਮਾਲਾਵਾਂ ਪਹਿਨਾਉਣੀਆਂ, ਪਲੰਘ ਦੇ ਉੱਤੇ ਸਜਾਉਣਾ 6ਵੇਂ ਪਾਤਸ਼ਾਹ ਸ਼ਸਤਰਾਂ ਨੂੰ, ਕੋਲ ਖੜ ਕੇ ਜਪਜੀ ਸਾਹਿਬ ਦਾ ਪਾਠ ਬੜੇ ਪਿਆਰ ਨਾਲ ਕਰਨਾ। ਜਦੋਂ ਤੁਸੀਂ ਆਓਗੇ ਇੱਥੇ ਪੰਗਤੀਆਂ ਤੇ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਨਾਲ ਕਹਿ ਕੇ ਸੀਸ ਝੁਕਾਓਗੇ। ਸ਼ਸਤਰਾਂ ਵੱਲ ਦੇਖਿਓ, ਅਸੀਂ ਵਿੱਚ ਸਾਖਸ਼ਾਤ ਦਰਸ਼ਨ ਦੇਵਾਂਗੇ। ਸੋ ਸਤਿਗੁਰਾਂ ਨੇ ਆਪਣਾ ਬਚਨ ਪੂਰਾ ਕੀਤਾ। ਦਰਸ਼ਨ ਕਰਕੇ ਮਾਤਾ ਜੀ ਪ੍ਰਸ਼ਾਦਾ ਛਕਿਆ ਕਰਦੇ ਸੀ। ਇਹ ਵੀ ਬਚਨ ਹੋ ਗਿਆ ਵੀ ਜੇ ਸ਼ਾਮ ਨੂੰ ਵੀ ਜੀ ਕਰੇ ਨਾ, ਰਹਿ ਰਾਸ ਤੋਂ ਬਾਅਦ ਫਿਰ ਸਿਰ ਝੁਕਾਉਣਾ, ਫਿਰ ਦਰਸ਼ਨ ਹੋਣਗੇ। 40 ਸਾਲ ਬਾਅਦ ਤੱਕ ਬਾਬਾ ਗੁਰਬਖਸ਼ ਸਿੰਘ ਰਾਮਕੌਰ ਵੀ ਇਸੇ ਪ੍ਰਕਾਰ ਰਹੇ 10ਵੇਂ ਪਾਤਸ਼ਾਹ ਤੋਂ ਬਾਅਦ। ਉਹਨਾਂ ਨੂੰ ਵੀ ਇਹੀ ਬਚਨ ਹੋਇਆ ਸੀ ਕਿ ਜੰਗਲ ਵਿੱਚ ਜਾ ਕੇ ਜੋੜਾ ਉਤਾਰ ਕੇ ਫਿਰ ਖੜੇ ਹੋ ਜਾ ਕਰਿਓ, ਹੱਥ ਜੋੜ ਕੇ ਅਸੀਂ ਸਾਖਸ਼ਾਤ ਇੱਕ ਵਾਰ ਜ਼ਰੂਰ ਦਰਸ਼ਨ ਦੇਵਾਂਗੇ। ਭਾਈ ਵੀਰ ਸਿੰਘ ਲਿਖਤਾਂ ਅਨੁਸਾਰ 500 ਸਾਖੀ 'ਚ ਲਿਖਿਆ ਕਿ ਦਸ਼ਮੇਸ਼ ਦੇ ਤੀਸਰੇ ਮਹਿਲ ਮਾਤਾ ਸਾਹਿਬ ਕੌਰ ਜੀ ਮਾਪਿਆਂ ਦੇ ਕੀਤੇ ਹੋਏ ਪ੍ਰਣ ਕਰਕੇ ਆਏ ਸਨ। ਉਹਨਾਂ ਨੂੰ ਸਤਿਗੁਰੂ ਨੇ ਜੀਵਨ ਭਰ ਕੁਆਰੇ ਰਹਿਣ ਦਾ ਪ੍ਰਣ ਲੈਣ ਉਪਰੰਤ ਮਹਿਲਾਂ 'ਚ ਪ੍ਰਵੇਸ਼ ਕਰਾਇਆ ਸੀ। ਉਹ ਸੇਵਾ ਸਿਮਰਨ ਤੇ ਸ਼ੀਲ ਸੰਜਮ ਵਾਲੀ ਆਤਮਾ ਹੋਣ ਕਰਕੇ ਪੰਥ ਦੀ ਮਾਤਾ ਥਾਪੇ ਗਏ। ਉਹਨਾਂ ਦਾ ਅਕਾਲ ਚਲਾਣਾ ਦਿੱਲੀ 'ਚ ਹੋਇਆ। ਅੰਤਮ ਯਾਦਗਾਰ ਦਿੱਲੀ ਵਿੱਚ ਹੈ, ਜਿੱਥੇ ਸਿੱਖ ਸ਼ਰਧਾ ਨਾਲ ਸੀਸ ਝੁਕਾਉਂਦੇ ਨੇ। ਗੁਰਦੁਆਰਾ ਬਾਲਾ ਸਾਹਿਬ, ਜਿਹੜੇ ਸਿੱਖਾਂ ਨੇ ਦਰਸ਼ਨ ਨਹੀਂ ਕੀਤੇ, ਇਸੇ ਕਰਕੇ ਤੁਹਾਨੂੰ ਭੁਲੇਖੇ ਪੈ ਜਾਂਦੇ। ਸ੍ਰੀ ਅਨੰਦਪੁਰ ਸਾਹਿਬ ਜਦੋਂ ਜਾਣਾ, ਅਗੰਮਪੁਰਾ ਜਿੱਥੇ ਹੈ ਭਾਈ ਨੰਦ ਲਾਲ ਜੀ ਦਾ ਵੀ ਸਥਾਨ ਹੈ, ਉਹ ਉਸ ਪਾਸੇ ਰੇਲਵੇ ਲਾਈਨ ਪਾਰ ਕਰਕੇ ਪਰੇ ਨੰਗਲ ਵਾਲੀ ਸੜਕ ਤੇ ਅੱਗੇ ਜਾ ਕੇ ਫਾਟਕ ਆਊਗਾ ਖੱਬੇ ਪਾਸੇ, ਉਹ ਪਾਰ ਕਰਕੇ ਉਹ ਸਾਰਾ ਪਿੰਡ ਲੰਘ ਕੇ ਅਗਲੇ ਪਾਸੇ ਉੱਥੇ ਮਾਤਾ ਜੀਤ ਕੌਰ ਜੀ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਸਥਾਨ। ਇਹ ਦੋਨਾਂ ਮਾਤਾਵਾਂ ਦੇ ਜਿਹੜੇ ਹੈਗੇ ਨੇ ਅੰਗੀਠੇ ਸਾਹਿਬ, ਬਾਲਾ ਸਾਹਿਬ ਜਿੱਥੇ 8ਵੇਂ ਪਾਤਸ਼ਾਹ ਦਾ ਅੰਗੀਠਾ ਸਾਹਿਬ ਹੈ, ਬਾਹਰ ਸੱਜੇ ਹੱਥ ਮਾਤਾ ਸਾਹਿਬ ਕੌਰ ਜੀ ਦਾ ਅੰਗੀਠਾ ਸਾਹਿਬ ਹੈ, ਤੇ ਸੱਜੇ ਹੱਥ ਅੱਗੇ ਇੱਕ ਸੁੰਦਰ ਕਮਰਾ ਬਣਿਆ ਹੋਇਆ ਮਾਤਾ ਸੁੰਦਰ ਕੌਰ ਜੀ ਦਾ
ਜਿੱਥੇ ਸੰਸਕਾਰ ਹੋਇਆ ਸੀ ਉਸ ਸਥਾਨ ਤੇ ਦਰਸ਼ਨ ਕਰਦੇ ਆ ਸੰਗਤਾਂ, ਕਿਉਂਕਿ ਆਮ ਤੌਰ ਤੇ ਕੋਈ ਜ਼ਿਆਦਾ ਦਿੱਲੀ ਵਿੱਚ ਜਾ ਕੇ ਘੁੰਮਦਾ ਨਹੀਂ, ਸਿੱਧਾ ਜਹਾਜ਼ ਚੜ੍ਹੇ ਤੇ ਅੱਗੇ ਇੱਧਰ ਆ ਗਏ, ਇੱਥੋਂ ਉਤਰੇ। 9ਵੇਂ ਪਾਤਸ਼ਾਹ ਦੇ ਸਥਾਨ ਤੇ ਸ਼ੀਸ਼ਗੰਜ ਸਾਹਿਬ, ਰਕਾਬਗੰਜ ਸਾਹਿਬ, ਬਾਲਾ ਸਾਹਿਬ, ਬਾਲਾ ਸਾਹਿਬ ਲੋਕੀ ਘੱਟ ਜਾਂਦੇ ਨੇ ਸੰਗਤ ਦਰਸ਼ਨ ਕਰਨ, ਪਰ ਇਹ ਕੋਸ਼ਿਸ਼ ਕਰੋ ਦਰਸ਼ਨ ਜ਼ਰੂਰ ਕਰੋ। ਸੋ ਇਸ ਪ੍ਰਕਾਰ ਇਹ ਬਚਨ ਹੈ ਕਿ ਮਾਤਾ ਜੀ ਦਾ ਜਿਹੜਾ ਜਨਮ ਅਤੇ ਬਚਪਨ ਹੈ, ਫਰਮਾਉਂਦੇ ਨੇ ਕਿ ਮਾਤਾ ਸਾਹਿਬ ਕੌਰ ਦਾ ਜਨਮ 18 ਕੱਤਕ ਸੰਮਤ 1738 ਬਿਕਰਮੀ 1681 ਈਸਵੀ ਨੂੰ ਦਿਨ ਬੁੱਧਵਾਰ ਅੰਮ੍ਰਿਤ ਵੇਲੇ ਭਾਈ ਰਾਮੂ ਬਸੀ, ਜਿਨ੍ਹਾਂ ਦਾ ਗੋਤ ਸੀ ਰਾਮੂ ਬਸੀ, ਰਾਮੂ ਬਸੀ ਦੇ ਘਰ ਮਾਤਾ ਜਸ ਦੇਵੀ ਦੀ ਪਵਿੱਤਰ ਕੁੱਖ ਤੋਂ ਰੋਹਤਾਸ ਨਗਰ, ਜ਼ਿਲ੍ਹਾ ਜੇਹਲਮ, ਪਾਕਿਸਤਾਨ ਵਿੱਚ ਹੋਇਆ ਹੈ। ਉਹਨਾਂ ਦਾ ਨਾਂ ਸਤਿਗੁਰੂ ਦੀ ਸੰਗਤ ਵਿੱਚ ਸਾਹਿਬ ਦੇਵੀ ਪਹਿਲਾਂ ਰੱਖਿਆ ਗਿਆ ਸੀ, ਜੋ ਅੰਮ੍ਰਿਤ ਛਕ ਕੇ ਗੁਰੂ ਕੇ ਮਹਿਲ ਬਣਨ ਸਮੇਂ ਮਾਤਾ ਸਾਹਿਬ ਕੌਰ ਜੀ ਦਾ ਖਿਤਾਬ ਜਿਨ੍ਹਾਂ ਨੂੰ ਮਿਲਿਆ ਹੈ। ਕੁਦਰਤੀ ਅੱਜ ਸਵੇਰੇ ਬਚਨ ਹੋ ਰਹੇ ਸੀ ਇਹੀ ਵੀ ਮੇਰੇ ਕੋਲ ਉਹ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਐਲਬਮ ਹੈ ਨਹੀਂ, ਤੋ ਇੱਕ ਗੁਰਮੁਖ ਪਿਆਰਿਆਂ ਨੇ, ਨਾਮ ਨਹੀਂ ਹਲੇ ਮੈਨੂੰ ਪਤਾ, ਉਹਨਾਂ ਨੇ ਬੜੀ ਕਿਰਪਾ ਕੀਤੀ, ਉਹ ਐਲਬਮ ਵੀ ਮੇਰੇ ਕੋਲ ਭੇਜ ਦਿੱਤੀ। ਇੱਕ ਪੁਸਤਕ ਸਿੱਖ ਬੀਬੀਆਂ ਤੇ ਹੋਰ ਵੀ ਪੁਸਤਕ ਭੇਜੀ ਹੈ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਗੁਰਮੁਖਾਂ ਦਾ। ਇਸੇ ਪ੍ਰਕਾਰ ਜੇ ਮਾਤਾ ਅਜੀਤ ਕੌਰ ਦਾ ਸਮੁੱਚਾ ਜੀਵਨ ਕਿਸੇ ਕੋਲ ਹੋਵੇ ਤਾਂ ਜ਼ਰੂਰ ਭੇਜੋ, ਆਪਾਂ ਸ਼੍ਰਵਣ ਕਰੀਏ। ਬਾਕੀ ਮਾਤਾ ਸਾਹਿਬ ਕੌਰ ਜਾਂ ਉਹ ਐਲਬਮ ਜਿਹੜੀ ਹੈ, ਮੈਂ ਕੋਸ਼ਿਸ਼ ਤਾਂ ਕੀਤੀ ਸੀ ਕਿ ਇਹਨੂੰ ਇੰਟਰਨੈਟ ਤੇ ਪਾ ਦਈਏ, ਸਾਰੀ ਸੰਗਤ ਦੇਖ ਸਕੇ, ਪਰ ਕਈ ਵਾਰ ਸੋਚਦੇ ਪਰਮਿਸ਼ਨ ਨਹੀਂ ਲਈ ਉਹਨਾਂ ਤੋਂ ਪਾਕਿਸਤਾਨ ਜਿਹੜੇ ਜੇ ਲਿਖਾਰੀ ਨੇ, ਫਿਰ ਐਵੇਂ ਇਤਰਾਜ਼ ਨਾ ਕਰਨ। ਹਾਂ, ਅਸੀਂ ਰੇਡੀਓ ਅੰਮ੍ਰਿਤ ਬਾਣੀ ਤੇ ਉਹ ਐਲਬਮ ਸਾਰੀ ਰੱਖਾਂਗੇ। ਅਗਰ ਕੋਈ ਲੰਘਦਾ ਵੜਦਾ ਪਾਕਿਸਤਾਨ ਦੇ ਸਾਰੇ ਗੁਰਦੁਆਰੇ ਦੀ ਕੀ ਹਾਲਾਤ ਨੇ, ਉੱਥੇ ਕਿਵੇਂ ਉਹ ਦਰਸ਼ਨ ਕਰਨਾ ਚਾਹੇ, ਤਾਂ ਅਸੀਂ ਇੱਥੇ ਐਲਬਮ ਇੱਥੇ ਰੱਖ ਦੇਣੀ ਆ। ਜਿਹੜਾ ਵੀ ਆਉਂਦਾ ਜਾਂਦਾ ਕੋਈ ਵੀ ਮਾਤਾ ਸਾਹਿਬ ਕੌਰ ਦਾ ਸਥਾਨ ਵੀ ਹੋਰ ਸਾਰੇ ਸਥਾਨਾਂ ਦੇ ਦਰਸ਼ਨ ਕਰ ਸਕਦੇ ਨੇ। ਉਹ ਆਪਾਂ ਉੱਥੋਂ ਪੁਸਤਕਾਂ ਹੋਰ ਵੀ ਮੰਗਵਾ ਸਕਦੇ ਹਾਂ, ਪ੍ਰੇਮੀਆਂ ਨੂੰ ਪੁੱਛ ਲਾਂ ਕਿਵੇਂ ਆ ਸਕਦੀਆਂ ਨੇ। ਮਾਤਾ ਸਾਹਿਬ ਕੌਰ ਦੇ ਜਨਮ ਸੰਬੰਧੀ ਵੱਖੋ ਵੱਖਰੇ ਵਿਚਾਰ ਹੈ ਤੇ ਉਹਨਾਂ ਦੇ ਪਿਤਾ ਦੇ ਨਾਂ ਤੇ ਗੋਤ ਸੰਬੰਧੀ ਵੀ ਇਹ ਇਤਿਹਾਸਕਾਰ ਕਈ ਸਹਿਮਤ ਨਹੀਂ ਹੁੰਦੇ। ਮਹਾਨ ਕੋਸ਼ ਦੇ ਲੇਖਕ ਭਾਈ ਕਾਹਨ ਸਿੰਘ ਜੀ ਨਾਭਾ ਨੇ ਉਹਨਾਂ ਦੇ ਪਿਤਾ ਦਾ ਨਾਂ ਰਾਮਾ ਤੇ ਬਸੀ ਗੋਤ ਲਿਖਿਆ ਹੈ, ਇਸ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਕੁਝ ਅਲੱਗ ਲਿਖਿਆ ਹੈ। ਭਾਈ ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਕੇ ਮਹਿਲ ਵਿੱਚ ਉਹਨਾਂ ਦੇ ਜਨਮ ਦੀ ਸਾਖੀ ਇਸ ਤਰ੍ਹਾਂ ਲਿਖੀ ਹੈ ਕਿ ਭਾਈ ਰਾਮਾ ਖੱਤਰੀ ਰੋਹਤਾਸ ਵਿੱਚ ਵਪਾਰ ਦੇ ਕੰਮ ਕਰਦੇ ਸਨ। ਉਹਨਾਂ ਦੇ ਘਰ ਵਿੱਚ ਸੁੱਖ ਸਨ ਸਾਰੇ, ਪਰ ਔਲਾਦ ਨਹੀਂ ਸੀ। ਸੋ ਉਹ ਮੰਨਤਾ ਮਨਾਉਣਤਾ ਮੰਨਦੇ ਧੰਨੀ ਪੋਠੋਹਾਰ ਦੀ ਸੰਗਤ ਨਾਲ ਕੱਤਕ ਸੰਮਤ 1736 ਵਿੱਚ ਗੁਰਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਆਏ। ਪ੍ਰਸ਼ਾਦ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਅਤੇ ਬੇਨਤੀ ਕੀਤੀ ਕਿ ਆਪ ਦੀ ਬਖਸ਼ਿਸ਼ ਸੰਤਾਨ ਆਪ ਦੇ ਭੇਟ ਕੀਤੀ ਜਾਵੇਗੀ, ਜੋ ਵੀ ਸੰਤਾਨ ਹੋਵੇਗੀ। ਸਤਿਗੁਰੂ ਜੀ ਮੁਸਕਰਾ ਪਏ, ਕਿਉਂਕਿ ਉਹਨਾਂ ਨੂੰ ਸਾਰਾ ਕੁਝ ਦਿਖਦਾ ਹੈ, ਪਤਾ ਹੈ, ਕਾਰਨ ਨੇ ਸਭ ਜਾਣੀ ਜਾਣ ਨੇ। ਗੁਰੂ ਜੀ ਮੁਸਕਰਾਏ ਤੇ ਵਰ ਬਖਸ਼ਿਆ, ਤੇਰੀ ਭਾਵਨਾ ਪੂਰੀ ਹੋਵੇਗੀ। ਸਤਿਗੁਰੂ ਜੀ ਦੇ ਵਰ ਸਦਕਾ ਉਹਨਾਂ ਦੇ ਘਰ ਵਿੱਚ ਇੱਕ ਪੁੱਤਰੀ ਤੇ ਇੱਕ ਪੁੱਤਰ ਦਾ ਜਨਮ ਹੋਇਆ। ਪੁੱਤਰੀ ਦਾ ਨਾਮ ਸਾਹਿਬ ਦੇਵੀ ਅਤੇ ਪੁੱਤਰ ਦਾ ਨਾਮ ਸਾਹਿਬ ਚੰਦ ਰੱਖਿਆ, ਜੋ ਬਾਅਦ ਵਿੱਚ ਗੁਰ ਇਤਿਹਾਸ ਵਿੱਚ ਸਾਹਿਬ ਸਿੰਘ ਬਣ ਕੇ ਪੰਥ ਦੇ ਮਾਮਾ ਵਜੋਂ ਗੁਰੂ ਸਾਹਿਬ ਦੀ ਸੇਵਾ ਵਿੱਚ ਰਹੇ। ਇਹ ਭਾਈ ਸਾਹਿਬ ਸਿੰਘ ਪੰਜਾਂ ਪਿਆਰਿਆਂ ਵਾਲੇ ਨਹੀਂ। ਸੋ ਇਸ ਕਰਕੇ ਇਹ ਸਾਹਿਬ, ਕਿਉਂਕਿ ਸਾਹਿਬ ਨੇ ਦਿੱਤੀ ਸੀ ਦਾਤ, ਇਸ ਕਰਕੇ ਸਾਹਿਬ ਦੇਵੀ ਸਾਹਿਬ ਨੇ ਦਿੱਤੀ ਹੈ। ਤੇ ਸਾਹਿਬ ਦਾ ਚੰਦ, ਸਾਹਿਬ ਨੇ ਪੁੱਤਰ ਬਖਸ਼ਿਆ, ਉਹਦਾ ਨਾਮ ਚੰਦ ਰੱਖਿਆ, ਪਰ ਸਾਹਿਬ ਦਾ ਚੰਦ ਹੈ। ਗੁਰੂ ਕੇ ਮਹਿਲ ਅਨੁਸਾਰ ਬੱਚੀ ਦਾ ਨਾਂ ਰੱਖਣ ਸਮੇਂ ਭਾਈ ਰਾਮਾ ਨੇ ਸੰਗਤ ਵਿੱਚ ਇਹ ਸੰਕਲਪ ਕੀਤਾ ਕਿ ਇਹ ਬੱਚੀ ਸਾਹਿਬਾਂ ਨੇ ਬਖਸ਼ੀ ਹੈ ਅਤੇ ਇਸ ਦਾ ਡੋਲਾ ਗੁਰੂ ਦੀ ਭੇਟ ਕੀਤਾ ਜਾਵੇਗਾ। ਇਹ ਪੁਰਾਣੇ ਸਿੱਖਾਂ ਵਿੱਚ ਸੰਸਕਾਰ ਸੀ, ਕੁਝ ਹੋਰ ਹੀ ਸਮਾਂ ਸੀ। ਅੱਜ ਦੇ ਸਮੇਂ ਤੱਕ ਗੱਲ ਹੀ ਛੱਡੋ। ਮੈਂ ਆਪਣੀ ਗੱਲ ਦੱਸਾਂ ਵੀ ਅੱਜ ਤੋਂ 40 ਸਾਲ ਪਹਿਲਾਂ, ਮੈਨੂੰ ਪਤਾ ਸਮਾਂ ਬੜਾ ਹੀ ਚੰਗਾ ਸੀ। 50 ਸਾਲ ਪਹਿਲਾਂ ਮੇਰੇ ਮਾਮਾ ਜੀ ਕਾਫੀ ਉਮਰ ਦੇ ਨੇ ਹੁਣ, ਉਹ ਕਹਿੰਦੇ ਅਸੀਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਵਿਕਾਰ ਕੀ ਚੀਜ਼, ਵਿਸ਼ੇ ਵਿਕਾਰ, ਵੱਡੀਆਂ ਵੱਡੀਆਂ
ਸਕੂਲ ਦੇ ਜਦੋਂ ਕਹਿੰਦੇ 10ਵੀਂ 'ਚ ਵੀ ਅਸੀਂ ਪੜ੍ਹਦੇ ਰਹੇ ਤਾਂ ਸਾਰੀਆਂ ਪਿੰਡ ਜਿੰਨੀਆਂ ਕੁੜੀਆਂ ਨੂੰ ਭੈਣ ਕਹਿਣਾ, ਭੈਣੇ ਇੱਧਰ ਆਈ ਭੈਣੇ, ਕਹਿੰਦੇ ਇਹ ਮਨ ਵਿੱਚ ਵਿਸ਼ਿਆਂ ਵਿਕਾਰਾਂ ਦੀ ਕੋਈ ਗੱਲ ਹੀ ਨਹੀਂ ਸੀ ਹੁੰਦੀ। ਅੱਜ ਦੀ ਦੁਨੀਆ 'ਚ ਤਾਂ ਦੇਖ ਲਓ ਵਿਕਾਰ ਕਿੰਨੇ ਜ਼ਿਆਦਾ ਹਾਵੀ ਹੋ ਚੁੱਕੇ ਸਾਡੇ ਤੇ। ਇਸ ਕਰਕੇ ਉਹ ਇੱਕ ਪੁਰਾਣਾ ਜ਼ਮਾਨਾ ਸੀ, ਨਿਰੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਜਦੋਂ ਲੋਕੀ ਰਹਿੰਦੇ ਸੀ। ਉਹਨਾਂ ਦੇ ਇਸ ਸੰਕਲਪ ਕਾਰਨ ਕਹਿੰਦੇ ਸੰਗਤ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਹ ਉਸ ਨੂੰ ਉਸੇ ਦਿਨ ਤੋਂ ਹੀ ਮਾਤਾ ਜੀ ਕਹਿਣ ਲੱਗ ਪਏ ਸਾਰੇ। ਪੁਰਾਣੇ ਸਮੇਂ ਵਿੱਚ ਇਹ ਅਸੂਲ ਸੀ, ਅੱਜ ਕੱਲ ਵਾਂਗੂ ਨਹੀਂ ਵੀ ਉੱਥੇ ਰਿਸ਼ਤਾ ਦੇਖ, ਉੱਥੇ ਦੇਖ ਕਈ ਥਾਈਂ। ਉਦੋਂ ਤਾਂ ਇਹ ਹੁੰਦਾ ਸੀ ਜਿੱਥੇ ਇੱਕ ਵਾਰ ਕੁੜੀ ਨੇ ਹਾਂ ਕਰਤੀ, ਘਰਦਿਆਂ ਨੇ ਕਹਿਤਾ ਕੁੜੀਏ ਇਹ ਤੇਰਾ ਪਤੀ ਹੈ, ਬਸ ਜਿਵੇਂ ਬੀਬੀ ਰਜਨੀ ਨੂੰ ਕਹਿਤਾ ਆਹੀ ਤੇਰਾ ਪਤੀ ਹੈ, ਉਹਨੇ ਵਿਰੋਧ ਨਹੀਂ ਕੀਤਾ, ਚਲੋ ਠੀਕ ਹੈ ਜੀ ਪ੍ਰਵਾਨ ਹੈ। ਉਦੋਂ ਇਹ ਜ਼ਮਾਨਾ ਹੁੰਦਾ ਸੀ। ਕਈ ਚੀਜ਼ਾਂ ਨੇ ਅੱਜ ਤੇ ਉਦੋਂ ਦਾ ਬੜਾ ਫਰਕ ਸੀਗਾ। ਭਾਈ ਕਰਮ ਸਿੰਘ ਜੀ ਦੀ ਲਿਖਤ ਦੀ ਪ੍ਰੋੜਤਾ ਬਾਬਾ ਸਮੇਰ ਸਿੰਘ ਜੀ ਨੇ ਕੀਤੀ ਹੈ। ਇਹ ਪੋਥੀ ਗੁਰਬਲਾਸ ਸਾਖੀ 100ਵੀਂ ਵਿੱਚ ਪੰਨਾ 326 ਤੇ ਕਹਿੰਦੇ ਤਾਸ ਸੁਤਾ ਸੀ ਸਾਹਿਬ ਦੇਵੀ, ਉਹਨਾਂ ਦੀ ਪੁੱਤਰੀ ਸੀ ਸਾਹਿਬ ਦੇਵੀ, ਸਤਿਗੁਰ ਭਗਤ ਪ੍ਰਗਟ ਬੇਸੇਵੀ। ਸੋ ਮਹਾਰਾਜ ਦੇ ਸੇਵਾ ਕਰਨ ਵਾਲੇ ਭਗਤ ਸਨ ਉਹ। ਜਬ ਤੇ ਜਨਮੀ ਤਾਂ ਘਰ ਮਾਹੀ, ਗੁਰਹਿ ਸਮਰਪੀ ਉਕਤ ਸੋ ਆਹੀ। ਉਦੋਂ ਦੀ ਗੁਰਾਂ ਨੂੰ ਹੀ ਅਰਪਣ ਕਰ ਦਿੱਤੀ। ਮਾਤਾ ਜਾਨ ਸੁਪਰ ਰਜ ਲਾਵੇ। ਇੰਨਾ ਹੋ ਗਿਆ ਸਤਕਾਰ ਮਾਤਾ ਜੀ ਦਾ ਪਹਿਲਾਂ ਤੋਂ ਹੀ ਕਿ ਸਾਰੇ ਉਹਨਾਂ ਦੀ ਚਰਨ ਧੂੜੀ ਲੈ ਕੇ ਮੱਥੇ ਲਾਉਂਦੇ ਵੀ ਇਹ ਹੁਣ ਗੁਰੂ ਨੂੰ ਅਰਪਣ ਕਰਤੀ। ਮਾਤਾ ਜਾਨ ਸੁਪਰ ਰਜ ਲਾਵੇ, ਨਿਤ ਨਾਵ ਪੂਜ ਕਰ ਤ੍ਰਿਪਤਾਵੇ। ਸੋ ਇਸ ਪ੍ਰਕਾਰ ਦੇ ਨਾਲ ਬਹੁਤ ਸੇਵਾ ਕਰਨ ਲੱਗ ਪਏ। ਸੋ ਇਸ ਤਰ੍ਹਾਂ ਪ੍ਰਿਥਮ ਜਵਾਏ ਅਚੈ ਸੁਹਾਰਾ, ਪਹਿਲਾਂ ਮਾਤਾ ਜੀ ਨੂੰ ਛਕਾਉਣਾ, ਕਿਉਂਕਿ ਹੁਣ ਉਹਨਾਂ ਨੇ ਮਨ 'ਚ ਧਾਰ ਲਈ ਕਿ ਮਾਤਾ ਜੀ ਨੇ। ਸੇਵੈ ਸਕਲ ਸਹਿਤ ਪਰਿਵਾਰਾ, ਪੁਰ ਰਵਤਾਸ ਤਾਸ ਕੀ ਬਾਸੀ, ਰੋਹਤਾਸ ਇਲਾਕੇ ਦੇ ਬਾਸੀ। ਬਸੀ ਗੋਤ ਕਹਿਤ ਸੁਖਰਾਸੀ, ਮਾਤ ਜਾਣ ਕਰ ਕੰਨਿਆ ਪਾਲੀ, ਅਬ ਯਾਹੇ ਆਨ ਜੋਗ ਨਾਹਿ ਬਾਲੀ। ਕਹਿੰਦੇ ਹੁਣ ਹੋਰ ਨਹੀਂ ਕਿਸੇ ਦੇ ਜੋਗ, ਬਸ ਇੱਕ ਵਾਰ ਮੂੰਹ ਚੋਂ ਕੱਢਤਾ ਸੋ ਕੱਢਤਾ। ਇਹ ਤਾਂ ਆਪਣੇ ਆਮ ਰਿਵਾਜ ਹੈ ਨਾ ਕਿ ਸਿੱਖ ਦੀ ਸ਼ਰਧਾ ਹੁੰਦੀ ਹੈ। ਉਦੋਂ ਵੀ ਇਸ ਤਰ੍ਹਾਂ ਹੀ ਸੀ, ਜੇ ਕੋਈ ਗੱਲ ਮੂੰਹ ਚੋਂ ਕੱਢਤੀ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ, ਚਲੋ ਮੈਂ ਉਦਾਹਰਣ ਦਿੰਦਾ ਨਾਲ ਤੈਨੂੰ ਰਲਦੀ, ਪੁਰਾਣੇ ਸਿੱਖਾਂ ਦੀ ਸ਼ਰਧਾ। ਮਹਾਰਾਜਾ ਰਣਜੀਤ ਸਿੰਘ ਤੇ ਜਦ ਚਾਣਨੀ ਲਾਈ ਬੜੀ ਕੀਮਤੀ ਹੀਰਿਆਂ ਦੀ, ਉਹ ਕਹਿੰਦੇ ਉਹ ਕਾਣਿਆ ਇਹ ਤੇਰੇ ਵਾਸਤੇ ਕਿਤੇ, ਇਹ ਤਾਂ ਹਰਮੰਦਰ ਸਾਹਿਬ ਦੀ ਸ਼ੋਭਾ। ਉਹ ਥੱਲੇ ਹੀ ਨਹੀਂ ਬੈਠੇ। ਸਿੱਖ ਜਦੋਂ ਸੋਚ ਲੈਣਾ ਵੀ ਆਹ ਚੀਜ਼ ਗੁਰੂ ਘਰ 'ਚ ਅਰਪਣ ਕਰਨੀ ਹੈ, ਉਦੋਂ ਫਿਰ ਉਹ ਬਸ ਅਰਪਣ ਕਰ ਹੀ ਦਿੰਦਾ। ਇਹ ਤਾਂ ਉਹਨਾਂ ਦੀ, ਇਹ ਗੁਰੂ ਦੀ ਇੱਕ ਲੀਲਾ ਹੀ ਹੈ, ਨਿਰੰਕਾਰ ਦੀ ਇੱਕ ਲੀਲਾ ਹੀ ਹੈ। ਮਾਤਾ ਸਾਹਿਬ ਕੌਰ ਬਾਲ ਅਵਸਥਾ 'ਚ ਸਰਬਗੁਣ ਭਰਪੂਰ, ਉਹਨਾਂ ਦੇ ਮੋਕਲੇ ਅੰਗ, ਸੁਡੌਲ ਸਰੀਰ, ਨੂਰਾਨੀ ਚਿਹਰਾ, ਨਕਸ਼ ਸੁੰਦਰ। ਆਪ ਜੀ ਮਿੱਠ ਬੋਲੇ ਹੋਣ ਦੇ ਨਾਲ ਨਾਲ ਨਿਮਰਤਾ, ਸਬਰ ਤੇ ਸੰਤੋਖ ਦੀ ਮੂਰਤ ਸਨ। ਉਹਨਾਂ ਦੀ ਸ਼ਖਸੀਅਤ ਪਰਿਵਾਰ ਤੇ ਸੰਗਤ ਵਿੱਚ ਹਰਮਨ ਪਿਆਰੀ ਸੀ। ਉਹਨਾਂ ਨੂੰ ਬਾਲ ਅਵਸਥਾ ਵਿੱਚ ਹੀ ਪੰਜਾਬੀ ਗੁਰਮੁਖੀ ਅੱਖਰ ਪੜ੍ਹਨ ਲਾਇਆ ਗਿਆ। ਗੁਰਬਾਣੀ ਤੇ ਗੁਰ ਇਤਿਹਾਸ ਦਾ ਬੋਧ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਜਦੋਂ ਉਹ ਸੰਗਤ ਵਿੱਚ ਬਾਣੀ ਦਾ ਪਾਠ ਕਰਦੇ ਤਾਂ ਸਰੋਤੇ ਝੂਮ ਉੱਠਦੇ ਸੀ। ਅਸਲ ਵਿੱਚ ਸੰਗਤ ਨੂੰ ਵੀ ਨਹੀਂ ਪਤਾ ਆਪਣੀ ਨੂੰ ਵੀ ਮਾਤਾ ਜੀ ਕੌਣ ਸੀ। ਮਾਤਾ ਜੀ ਸ੍ਰਿਸ਼ਟੀ ਦੀ ਮਾਲਕ ਹੈ। ਮਾਲਕ ਕਿੱਦਾਂ? ਦੂਈ ਕੁਦਰਤ ਸਾਜੀ ਹੈ, ਇਹ ਉਹੀ ਹੈ। ਨਿਰੰਕਾਰ ਜੀ ਆਪ ਦਸੇ ਸਰੂਪ ਧਾਰਨ ਕਰਕੇ ਆਏ ਸ੍ਰਿਸ਼ਟੀ ਤੇ। ਜਿਹੜੇ ਦੂਜੇ ਲੋਕ ਨੇ ਉਹਨਾਂ ਦੀ ਗੱਲ ਵੱਖਰੀ ਹੈ, ਪਰ ਰੂਹਾਨੀਅਤ ਵਿੱਚ, ਕਿਉਂਕਿ ਇਹ ਬੜੀਆਂ ਗੱਲਾਂ, ਬਸ ਇੰਨਾ ਇਸ਼ਾਰਾ ਹੀ ਸਮਝ ਲਿਆ ਕਰੋ। 10ਵੇਂ ਪਾਤਸ਼ਾਹ ਦਾ ਕੱਦ 6 ਫੁੱਟ 2 ਇੰਚ ਤੇ ਮਾਤਾ ਜੀ ਦਾ 6 ਫੁੱਟ ਕੱਦ ਸੀ। ਬੜੇ ਗੁਰਮੁਖ ਆਪਣੇ ਪੰਥ 'ਚ ਬੈਠੇ ਨੇ ਜਿਹੜਾ ਕਈ ਗੱਲਾਂ ਦੱਸ ਦਿੰਦੇ ਆ, ਸਾਰੀਆਂ ਤਾਂ ਨਹੀਂ ਮੈਂ ਦੱਸ ਸਕਦਾ, ਪਰ ਇੰਨਾ ਇਸ਼ਾਰਾ ਸਮਝ ਲਓ। ਸੋ ਇਸ ਕਰਕੇ ਬੜੀ ਸੋਹਣੀ ਬਾਣੀ ਪਾਠ ਕਰਨਾ। ਉਹ ਘੱਟ ਬੋਲਦੇ ਸਨ ਮਾਤਾ ਜੀ, ਪਰ ਵਧੇਰੇ ਬਹੁਤਾ ਸਮਾਂ ਆਪਣੀ ਮਾਤਾ ਨਾਲ ਗੁਰਸਥਾਨ ਉੱਤੇ ਸੇਵਾ ਵਿੱਚ ਜਾ ਕੇ ਪਾਠ ਕਰਦਿਆਂ ਬਿਤਾਉਣਾ। ਰੋਹਤਾਸ ਤੇ ਚੋਆ ਸਾਹਿਬ, ਇਹ ਇੱਕ ਜਿੱਥਾ ਇਲਾਕਾ ਹੈ। ਮਾਤਾ ਸਾਹਿਬ ਕੌਰ ਦਾ ਜਨਮ ਰੋਹਤਾਸ ਨਗਰ ਵਿੱਚ ਹੋਇਆ, ਜੋ ਅਣਵੰਡੇ ਪੰਜਾਬ ਦਾ ਪ੍ਰਸਿੱਧ ਪਹਾੜੀ ਸਥਾਨ ਹੈ। ਉਸ ਦੇ ਇੱਕ ਪਾਸਿਓਂ ਜੇਹਲਮ ਦਰਿਆ ਵਹਿੰਦਾ ਹੈ, ਜੋ ਕਸ਼ਮੀਰ ਦੀਆਂ ਵਾਦੀਆਂ 'ਚੋਂ ਹੋ ਕੇ ਉੱਥੇ ਪਹੁੰਚਦਾ। ਬਾਕੀ ਪਾਸਿਆਂ ਉੱਤੇ ਪਹਾੜੀਆਂ ਤੇ ਨਾਲ ਨਾਲੇ ਵਹਿੰਦੇ ਨੇ, ਉਹ ਆ ਕੇ ਉਹਦੇ ਵਿੱਚ ਪੈ ਜਾਂਦੇ ਨੇ। ਹਰਿਆਵਲ ਹੋਣ ਕਰਕੇ ਸੁੰਦਰ ਤੇ ਮਨਮੋਹਕ ਇਲਾਕਾ ਬੜਾ। ਮਹਾਨ ਕੋਸ਼ ਅਨੁਸਾਰ ਸ਼ੇਰ ਸ਼ਾਹ ਸੂਰੀ ਨੇ 1542 ਈਸਵੀ ਵਿੱਚ 1.25
40 ਲੱਖ ਰੁਪਏ ਖਰਚ ਕੇ ਇੱਥੇ ਕਿਲਾ ਉਸਾਰਿਆ ਸੀ। ਇਹ ਕਿਲਾ ਬੰਗਾਲ ਦੇ ਸ਼ਾਹਬਾਦ ਕਿਲੇ ਦੇ ਢੰਗ ਦਾ 2.5 ਮੀਲ ਦੇ ਘੇਰੇ ਵਿੱਚ। ਇਹਦੀ ਕੰਧ 30 ਫੁੱਟ ਚੌੜੀ ਤੇ 50 ਫੁੱਟ ਉੱਚੀ ਸੀ। ਇਹਦੇ ਚੌਹਾਂ ਪਾਸਿਆਂ ਉੱਤੇ 68 ਬੁਰਜ ਅਤੇ 12 ਦਰਵਾਜ਼ੇ ਸਨ। ਚੋਆ ਸਾਹਿਬ ਵਾਲੇ ਪਾਸੇ 70 ਫੁੱਟ ਦਾ ਵੱਡਾ ਦਰਵਾਜ਼ਾ ਸੀ। ਇਸ ਕਿਲੇ ਦੇ ਬੁਰਜ ਤੋਂ ਗੋਰਖਨਾਥ ਦਾ ਟਿੱਲਾ ਦਿਖਾਈ ਪੈਂਦਾ, ਜੋ ਜ਼ਿਲ੍ਹਾ ਗੁਜਰਾਤ ਦਾ ਪ੍ਰਸਿੱਧ ਸਥਾਨ ਹੈ। ਇਸ ਜ਼ਿਲ੍ਹੇ ਦੇ ਅੰਦਰ ਵਸਿਆ ਨਗਰ ਰੋਹਤਾਸ ਹੈ। ਮਹਾਨ ਕੋਸ਼ ਵਿੱਚ ਲਿਖਦੇ ਨੇ ਕਿ ਤਾਰੀਖ ਦਾਊਦੀ ਵਿੱਚ ਇਸ ਕਿਲੇ ਉੱਤੇ 8 ਕਰੋੜ 5 ਲੱਖ 5 ਹਜ਼ਾਰ ਅਤੇ 2.5 ਦਮੜੇ ਲਾਗਤ ਆਈ ਲਿਖੀ ਹੈ। ਹੁਣ ਇਹਦੇ ਖੰਡਰ ਹੀ ਬਾਕੀ ਰਹਿ ਗਏ ਨੇ। ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਕਾਬਲ, ਕੰਧਾਰ, ਪਿਸ਼ਾਵਰ ਤੇ ਨਸ਼ਹਿਰੇ ਤੋਂ ਵਾਪਸ ਪਰਤਦੇ ਹੋਏ ਇੱਥੇ ਆਏ ਸੀ। ਉਹਨਾਂ ਨੇ ਪਹਾੜ ਦੀ ਕੰਦਰ ਕੋਲ ਦਰਖਤਾਂ ਦੇ ਝੁੰਡ ਵਿੱਚ ਰਮਣੀਕ ਸਥਾਨ ਦੇਖ ਕੇ ਡੇਰਾ ਲਾਇਆ। ਇੱਥੋਂ ਦੇ ਰਹਿਣ ਵਾਲੇ ਪ੍ਰੇਮੀ ਭਾਈ ਭਗਤੂ ਨੇ ਆਪ ਦੇ ਦਰਸ਼ਨ ਕਰਕੇ ਆਪ ਦੀ ਸੇਵਾ ਕੀਤੀ। ਇਸ ਨਗਰ ਵਿੱਚ ਪਾਣੀ ਦੀ ਬੜੀ ਤਕਲੀਫ ਸੀ, ਸਖਤ। ਪਾਣੀ ਖਾਰਾ ਹੋਣ ਕਰਕੇ ਲੋਕ ਦੁਖੀ ਸਨ। ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਨੇ ਭਗਤੂ ਨੂੰ ਪੱਥਰ ਦੀ ਇੱਕ ਸਿਲਾ ਹਟਾਉਣ ਦਾ ਇਸ਼ਾਰਾ ਕੀਤਾ ਤਾਂ ਇੱਥੋਂ ਪੰਜਾ ਸਾਹਿਬ ਵਾਂਗ ਬਹੁਤ ਹੀ ਮਿੱਠੇ ਪਾਣੀ ਦਾ ਚਸ਼ਮਾ ਵਹਿ ਤੁਰਿਆ। ਇਹ ਚਸ਼ਮੇ ਦਾ ਨਾਂ ਚੋਆ ਸਾਹਿਬ ਪ੍ਰਸਿੱਧ ਹੋਇਆ। ਇਹ ਪਵਿੱਤਰ ਸਥਾਨ ਜੇਹਲਮ ਸ਼ਹਿਰ ਤੋਂ 10 ਮੀਲ ਉੱਤਰ ਪੱਛਮ ਵੱਲ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਕੱਤਕ ਪੁੰਨਿਆਂ ਦਾ ਭਾਰੀ ਮੇਲਾ ਲੱਗਿਆ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਨਾਮਵਰ ਬਾਬਾ ਸਰਦਾਰ ਚੜ੍ਹ ਸਿੰਘ ਜੀ ਨੇ ਇਸ ਇਲਾਕੇ ਨੂੰ ਆਪਣੇ ਅਧੀਨ ਕੀਤਾ ਸੀ। ਉਹਨਾਂ ਨੇ ਇਸ ਚਸ਼ਮੇ ਦੀ ਪਵਿੱਤਰਤਾ ਨੂੰ ਅਨੁਭਵ ਕਰਕੇ ਪੱਕਾ ਸਰੋਵਰ ਤੇ ਸੁੰਦਰ ਗੁਰਦੁਆਰਾ ਸਾਹਿਬ ਬਣਵਾਇਆ ਸੀ। ਉਦੋਂ ਤੋਂ ਇੱਥੇ ਗੁਰਬਾਣੀ, ਕੀਰਤਨ ਤੇ ਲੰਗਰ ਦਾ ਪ੍ਰਵਾਹ ਚੱਲ ਪਿਆ ਸੀ। ਇੱਕ ਵਾਰੀ ਕਾਬਲ ਦੇ ਬਾਦਸ਼ਾਹ ਜ਼ਮਾਨ ਸ਼ਾਹ ਨੇ ਇਸ ਕਿਲੇ ਉੱਤੇ ਕਬਜ਼ਾ ਕਰ ਲਿਆ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਬਜ਼ਾ ਛਡਵਾ ਕੇ ਗੁਰਦੁਆਰਾ ਸਾਹਿਬ ਨਾਲ 27 ਘੁਮਾਨ ਜ਼ਮੀਨ ਅਤੇ 2060 ਰੁਪਏ ਸਾਲਾਨਾ ਜਗੀਰ ਲਾਤੀ। ਇਸ ਆਮਦਨ ਨਾਲ ਹੀ ਅਟੁੱਟ ਲੰਗਰ ਚੱਲਦਾ ਸੀ। ਅੰਗਰੇਜ਼ੀ ਰਾਜ ਤੱਕ ਇਹ ਜ਼ਮੀਨ ਤੇ ਜਗੀਰ ਗੁਰਦੁਆਰੇ ਦੇ ਨਾਮ ਹੀ ਨਾਲ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਸਮੇਂ-ਸਮੇਂ ਇੱਥੇ ਆ ਕੇ ਠਹਿਰਦੇ ਹੁੰਦੇ ਸੀ। ਜਦ ਉਹ 15 ਮਈ 1831 ਵਿੱਚ ਬਿਮਾਰ ਹੋਏ ਤਾਂ ਉਹਨਾਂ ਨੇ ਇੱਥੇ ਰਹਿ ਕੇ ਡਾਕਟਰ ਫੂਟ ਸਰਜਨ ਤੋਂ ਇਲਾਜ ਵੀ ਕਰਵਾਇਆ। ਇਹ ਇੱਕ ਨਿੰਗਮ ਹਿਸਟਰੀ ਆਫ ਦੀ ਸਿਕਸ 411 ਪੰਨੇ ਤੇ ਉਹਨਾਂ ਨੇ ਵੀ ਲਿਖਿਆ। ਗੁਰੂ ਤਵਾਰੀਖ ਖਾਲਸਾ ਵਿੱਚ 656 ਅੰਕ ਤੇ ਲਿਖਿਆ ਹੋਇਆ ਹੈ ਪੰਨੇ ਤੇ ਕਿ 1823 ਵਿੱਚ ਇਲਾਕਾ ਪਖਲੀ ਤੇ ਤਮਤੋੜ ਜ਼ਿਲ੍ਹਾ ਹਜ਼ਾਰਾ ਸੂਬਾ ਸਾਧ ਪਾਕਿਸਤਾਨ ਦੇ ਪਠਾਣਾਂ ਨੇ ਸਿੱਖ ਰਾਜ ਵਿਰੁੱਧ ਬਗਾਵਤ ਕੀਤੀ ਤਾਂ ਉਹਨਾਂ ਨੂੰ ਸੋਧਣ ਲਈ ਇੱਥੋਂ ਹੀ ਮਹਾਰਾਜਾ ਸਾਹਿਬ ਨੇ ਆਪਣੇ ਭਰੋਸੇਯੋਗ ਜਰਨੈਲ ਹਰੀ ਸਿੰਘ ਨਲੂਆ ਨੂੰ ਭੇਜਿਆ ਸੀ ਅਤੇ ਇੱਥੇ ਹੀ ਪੱਛਮੀ ਫੌਜਾਂ ਨੂੰ ਇਨਾਮ ਵੰਡੇ ਸੀ। ਇੱਥੋਂ ਹੀ ਚੜ੍ਹਾਈ ਕਰਕੇ ਪਿਸ਼ਾਵਰ ਵਾਲੇ ਯਾਰ ਮੁਹੰਮਦ ਖਾਨ ਬਾਰਜ਼ਈ ਨੂੰ ਸਰ ਕਰਕੇ ਪਿਸ਼ਾਵਰ ਦਾ ਇਲਾਕਾ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ ਸੀ। ਜਦੋਂ ਸਿੱਖ ਰਾਜ ਦੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜਮਰੌਦ ਵਿੱਚ ਸ਼ਹੀਦ ਹੋਏ, ਉਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰੋਂ ਫੌਜ ਲੈ ਕੇ ਕਾਬਲ ਵੱਲ ਵਧਦਿਆਂ ਰੋਹਤਾਸ ਠਹਿਰੇ। ਉਹਨਾਂ ਨੇ ਇੱਥੋਂ ਜੰਗੀ ਹਾਲਤ ਦਾ ਜਾਇਜ਼ਾ ਲੈ ਕੇ ਪੂਰੀ ਸਾਵਧਾਨੀ ਨਾਲ ਕੂਚ ਕੀਤਾ। ਇਹ ਸਥਾਨ ਗੁਰੂ ਗੋਬਿੰਦ ਸਿੰਘ ਦੇ ਸਮੇਂ ਪੋਠੋਹਾਰ ਦਾ ਗੜ੍ਹ ਸੀ ਤੇ ਇੱਥੋਂ ਦੀਆਂ ਸੰਗਤਾਂ ਆਨੰਦਪੁਰ ਸਾਹਿਬ ਕਾਰ ਭੇਟਾ ਪਹੁੰਚਾਉਂਦੀਆਂ ਹੁੰਦੀਆਂ ਸੀ। ਭਾਈ ਭਗਵਾਨ ਸਿੰਘ ਜੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਖਜ਼ਾਨਚੀ ਸਨ, ਇੱਥੋਂ ਦੇ ਹੀ ਰਹਿਣ ਵਾਲੇ ਸੀ ਉਹ, ਅਤੇ ਭਾਈ ਵਿਸਾਖਾ ਸਿੰਘ ਜੀ ਇਹਨਾਂ ਦੇ ਸਪੁੱਤਰ ਹੋਏ ਨੇ। ਇਸ ਪ੍ਰਕਾਰ ਫਰਮਾਉਂਦੇ ਨੇ ਕੁਆਰਾ ਡੋਲਾ। ਮਾਤਾ ਸਾਹਿਬ ਕੌਰ ਦੀ ਉਮਰ 17 ਸਾਲ ਤੋਂ ਟੱਪੀ ਤਾਂ ਮਾਤਾ ਜੀ ਨੂੰ ਉਸ ਦੀ ਸ਼ਾਦੀ ਦਾ ਫਿਕਰ ਹੋਇਆ। ਭਾਈ ਰਾਮੂ ਨੂੰ ਆਪਣੇ ਸੰਕਲਪ ਬਾਰੇ ਸ਼ੱਕ ਹੋਣ ਲੱਗਾ ਕਿ ਗੁਰੂ ਸਾਹਿਬ ਦਾ ਤਾਂ ਆਨੰਦ ਕਾਰਜ ਹੋ ਚੁੱਕਿਆ, ਇਸ ਲਈ ਉਹਨਾਂ ਦੀ ਜਿਹੜੀ ਬੇਟੀ ਨੂੰ ਕਿਵੇਂ ਉਹ ਕਬੂਲ ਕਰਨਗੇ ਗੁਰੂ ਸਾਹਿਬ। ਇਹ ਸੋਚ ਕੇ ਉਹਨਾਂ ਸਾਹਿਬਦੇਵਾਂ ਦਾ ਰਿਸ਼ਤਾ ਹੋਰ ਥਾਂ ਕਰਨ ਦੀ ਵਿਚਾਰ ਬਣਾਈ। ਗੁਰੂ ਖਾਲਸਾ ਤਵਾਰੀਖ ਹਿੰਦੀ ਅਨੁਸਾਰ ਜਦ ਬੀਬੀ ਨੇ ਆਪਣੇ ਰਿਸ਼ਤੇ ਬਾਰੇ ਮਾਤਾ ਪਿਤਾ ਦੀ ਕੁਸਰ-ਮੁਸਰ ਸੁਣੀ ਤਾਂ ਉਹਨਾਂ ਨੂੰ ਕੀਤਾ ਸੰਕਲਪ ਯਾਦ ਕਰਵਾ ਕੇ ਰੋਕਿਆ ਤੇ ਕਿਹਾ ਕਿ ਉਹਨਾਂ ਦੇ ਪੂਰਬਲੇ ਕਰਮ ਸੰਜੋਗ ਸਤਿਗੁਰੂ ਨਾਲ ਜੁੜੇ ਹੋਏ ਨੇ
ਇਹ ਦੇਖੋ ਮਾਤਾ ਜੀ ਅੰਤਰਜਾਮੀ ਨੇ, ਸਭ ਜਾਣਦੇ ਨੇ ਅਤੇ ਉਹਨਾਂ ਦਾ ਤਨ ਮਨ ਅਰਪਿਆ ਜਾ ਚੁੱਕਾ ਹੈ। ਇਸ ਲਈ ਹੁਣ ਉਹਨਾਂ ਤੋਂ ਬਿਨਾਂ ਹੋਰ ਕਿਸੇ ਦੀ ਦਾਸੀ ਬਣਨਾ ਸਵੀਕਾਰ ਨਹੀਂ ਹੋ ਸਕਦਾ। ਭਾਈ ਰਾਮੂ ਆਪਣੀ ਸਪੁੱਤਰੀ ਦੇ ਮੂੰਹੋਂ ਇਹ ਸੁਣ ਕੇ ਖੁਸ਼ ਤਾਂ ਬਹੁਤ ਹੋਏ, ਪਰ ਆਪਣੀ ਪੋਜੀਸ਼ਨ ਤੇ ਗੁਰੂ ਜੀ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਝਿਜਕ ਕੇ ਸੋਚੀ ਪੈ ਗਏ ਕਿ ਅਸੀਂ ਗੁਰੂ ਜੀ ਦੇ ਘਰ ਕਬੂਲ ਵੀ ਹੋ ਸਕਾਂਗੇ। ਇਸ ਉਲਝਣ ਨੂੰ ਸੁਲਝਾਉਣ ਲਈ ਉਹਨਾਂ ਨੇ ਸੰਗਤ ਇਕੱਤਰ ਕਰਕੇ ਸਾਰਾ ਮਾਮਲਾ ਸੰਗਤ 'ਚ ਪੇਸ਼ ਕਰ ਦਿੱਤਾ। ਉਦੋਂ ਸੰਗਤ ਨੂੰ ਵੱਡੀ ਮੰਨ ਕੇ ਕੋਈ ਮਸਲਾ ਹੁੰਦਾ ਸੰਗਤ ਵਿੱਚ ਪੇਸ਼ ਕਰਦੇ ਹੁੰਦੇ ਸੀ। ਤੁਹਾਡੇ ਖਿਆਲ 'ਚ ਕੀ ਵੀ ਬਿਨਾਂ ਸੰਗਤ ਦੀ ਸਲਾਹ ਤੋਂ ਹੀ ਕੁਝ ਹੋਇਆ ਜਿਹੜੇ ਅੱਜ ਕੱਲ੍ਹ ਰੌਲਾ ਪਾਉਂਦੇ ਨੇ? ਸੰਗਤ ਨੇ ਅਰਦਾਸਾ ਸੋਧ ਕੇ ਪ੍ਰਵਾਨਗੀ ਦੇ ਦਿੱਤੀ ਕਿ ਬੀਬੀ ਦਾ ਧੁਰੋਂ ਹੋਇਆ ਸੰਜੋਗ ਅਕਾਲ ਪੁਰਖ ਸਿਰੇ ਲਾਏਗਾ। ਸੰਗਤ ਨੇ ਬਚਨ ਕਰਤਾ। ਭਾਈ ਰਾਮੂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਧੀ ਦਾ ਡੋਲਾ ਗੁਰੂ ਦੇ ਅਰਪਣ ਕਰਨ ਲਈ ਸੰਗਤ ਆਪ ਨਾਲ ਜਾਵੇ। ਨਗਰ ਦੀ ਸੰਗਤ ਨੇ ਭਾਈ ਰਾਮੂ ਦੀ ਬੇਨਤੀ ਮੰਨ ਲਈ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਤਿਆਰੀ ਆਰੰਭ ਕਰ ਦਿੱਤੀ। ਅਨੰਦਪੁਰ ਸਾਹਿਬ ਦੀ ਯਾਤਰਾ ਲਈ ਇੱਕ ਦਿਨ ਨਿਸ਼ਚਿਤ ਕਰਕੇ ਪੋਠੋਹਾਰ ਦੇ ਇਲਾਕੇ ਦੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਗਏ। ਚੋਆ ਸਾਹਿਬ ਉੱਤੇ ਸਭ ਸੰਗਤਾਂ ਇਕੱਤਰ ਹੋਈਆਂ ਤੇ ਅਰਦਾਸ ਕਰਕੇ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਭਾਈ ਰਾਮੂ ਨੇ ਬੀਬੀ ਨੂੰ ਨਵੇਂ ਵਸਤਰ ਪਵਾਏ ਤੇ ਵਿਆਹ ਦੇ ਹੋਰ ਵਸਤਰ, ਜੇਵਰ, ਕੀਮਤੀ ਜੋੜੇ ਤੇ ਹਾਰ ਨਾਲ ਲੈ ਲਏ। ਭਾਰੀ ਪੈਂਡਾ ਪੈਦਲ ਕੱਟ ਕੇ ਸੰਗਤਾਂ ਸਣੇ ਡੋਲੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਈਆਂ, ਜਿੱਥੇ ਸੰਗਤਾਂ ਦਾ ਡੇਰੇ ਦੇ ਇੱਕ ਪਾਸੇ ਪ੍ਰਬੰਧ ਕੀਤਾ ਗਿਆ ਸਾਰਾ। ਭਾਈ ਰਾਮੂ ਅਤੇ ਗੁਰੂ ਦੇ ਖਜ਼ਾਨਚੀ ਭਾਈ ਭਗਵਾਨ ਸਿੰਘ ਨੇ ਗੁਰੂ ਜੀ ਦੇ ਮੁਖੀ ਸਿੱਖ ਭਾਈ ਮਨੀ ਸਿੰਘ ਨੂੰ ਸਾਰੀ ਵਾਰਤਾ ਸੁਣਾਈ ਅਤੇ ਸੰਗਤ ਦਾ ਸੋਧਿਆ ਅਰਦਾਸਾ ਦੱਸ ਕੇ ਉਹਨਾਂ ਨੂੰ ਭਰੋਸੇ ਵਿੱਚ ਪਹਿਲਾਂ ਲਿਆ ਵੀ ਆਹ ਬਚਨ ਹੈ ਅਤੇ ਉਹਨਾਂ ਰਾਹੀਂ ਡੋਲਾ ਗੁਰੂ ਦੇ ਭੇਟ ਚੜਾਉਣ ਦੀ ਵਿਉਂਤ ਬਣਾਈ। ਸਵੇਰ ਦੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹੋਏ ਤੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਸੱਜ ਗਈਆਂ। ਬਾਣੀ ਦੇ ਪਾਠ ਅਤੇ ਆਸਾ ਦੀ ਵਾਰ ਦੇ ਕੀਰਤਨ ਦੇ ਤੇ ਅਰਦਾਸ ਉਪਰੰਤ ਭਾਈ ਰਾਮੂ ਗਲ ਵਿੱਚ ਪੱਲਾ ਪਾ ਕੇ ਖੜੇ ਹੋ ਗਏ। ਜਦੋਂ ਉਸ ਵੱਲੋਂ ਡੋਲਾ ਭੇਟ ਕਰਨ ਲਈ ਵਾਰਤਾ ਭਾਈ ਮਨੀ ਸਿੰਘ ਨੇ ਚਲਾਈ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਕਿ ਸੰਗਤ ਭਲੀ ਭਾਂਤ ਜਾਣਦੀ ਹੈ ਕਿ ਖਾਲਸਾ ਪੰਥ ਦੀ ਸਾਜਨਾ ਸਮੇਂ ਦ੍ਰਿੜ ਸੰਕਲਪ ਹੋ ਚੁੱਕਾ ਹੈ ਕਿ ਜਿਹੜਾ ਹੈ ਮਨ ਬ੍ਰਹਮਚਰਜ ਨਾਲ ਜੁੜਿਆ ਰਹੇਗਾ। ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ 5ਵੀਂ ਕੰਸੂ 1 ਚ ਲਿਖਦੇ ਨੇ, ਤਬ ਕੋ ਗ੍ਰਹਸਥ ਕਰਨ ਹਮ ਛੋਰਾ, ਬ੍ਰਹਮਚਰਜ ਮਹਿ ਨਿਤ ਮਨ ਜੋਰਾ, ਜਾਂ ਤੇ ਬਨੈ ਨਹੀਂ ਇਹ ਬਾਤ, ਛਪਿਓ ਬਿਰਤਾਂਤ ਨਾ ਸਭ ਬਖਿਆਤ। ਇਹ ਸੁਣ ਕੇ ਸੰਗਤ ਹੁਣ ਸਨਾਟਾ ਛਾ ਗਿਆ ਵੀ ਇੰਨੀ ਦੂਰੋਂ ਆਏ ਵੀ ਆ। ਗੁਰੂ ਸਾਹਿਬ ਨੇ ਤਾਂ ਜਵਾਬ ਦੇ ਦਿੱਤਾ। ਸ਼ਰਧਾਲੂ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਅਚਰਜ ਹੋ ਗਏ। ਕੋਈ ਵੀ ਗੁਰੂ ਜੀ ਦਾ ਬਚਨ ਟਾਲਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਸਤਿਗੁਰੂ ਨੇ ਕਿਹਾ ਕਿ ਅਸੀਂ ਬ੍ਰਹਮਚਰਜ ਧਾਰਨ ਕਰ ਲਿਆ, ਹੁਣ ਅਸੀਂ ਦ੍ਰਿੜਤਾ ਵਿੱਚ ਫਰਕ ਨਹੀਂ ਪਾਉਣਾ। ਇਸ ਲਈ ਕਿਸੇ ਦਾ ਜੀਵਨ ਸੰਸਾਰੀ ਸੁੱਖਾਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ। ਭਾਈ ਰਾਮੂ ਅਤੇ ਰੋਹਤਾਸ ਦੀ ਸੰਗਤ ਜੋ ਅਰਦਾਸ ਸੋਧ ਕੇ ਆਈ ਸੀ, ਨਿਰਾਸ਼ ਤੇ ਬੇਬਸ ਹੋ ਗਈ। ਇਹ ਅਨੁਭਵ ਕਰਕੇ ਭਾਈ ਮਨੀ ਸਿੰਘ, ਭਾਈ ਭਗਵਾਨ ਸਿੰਘ ਜੀ ਅਤੇ ਭਾਈ ਰਾਮੂ ਨੇ ਫਿਰ ਬੇਨਤੀ ਕੀਤੀ, ਗਰੀਬ ਨਵਾਜ ਆਪ ਦਾ ਬ੍ਰਹਮਚਰਜ ਦਾ ਪਰਨ ਅਟਲ ਹੈ, ਪਰ ਪੋਠੋਹਾਰ ਦੀ ਸੰਗਤ ਅਰਦਾਸ ਕਰਕੇ ਆਈ ਹੈ, ਜੋ ਬਚਪਨ ਤੋਂ ਹੀ ਸੰਕਲਪ ਕਰਕੇ ਇਸ ਨੂੰ ਮਾਤਾ ਸਮਝ ਕੇ ਪੂਜਦੀ ਰਹੀ ਹੈ। ਆਪ ਸੰਗਤ ਦੀ ਅਰਦਾਸ ਦੀ ਲਾਜ ਰੱਖ ਕੇ ਇਸ ਬੱਚੀ ਨੂੰ ਸ਼ਰਨ ਵਿੱਚ ਲਓ ਮਹਾਰਾਜ। ਜੇਕਰ ਆਪ ਇਹ ਡੋਲਾ ਪ੍ਰਵਾਨ ਨਹੀਂ ਕਰੋਗੇ ਤਾਂ ਇਸ ਨਿਮਾਣੀ ਨੂੰ ਹੁਣ ਹੋਰ ਕੋਈ ਨਹੀਂ ਪਰਨਾਏਗਾ ਅਤੇ ਇਹ ਸਾਰੀ ਉਮਰ ਕੁਆਰੀ ਹੀ ਰਹੇਗੀ। ਉਸ ਦੇ ਪਿਤਾ ਨੇ ਕਿਹਾ, ਜਬ ਤੇ ਮੈਂ ਔਰ ਮੈਂ ਇਮ ਧਰੀ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਇਸ ਤਰ੍ਹਾਂ ਆਉਂਦਾ ਹੈ, ਜਦੋਂ ਦੀ ਮੈਂ ਮਨ 'ਚ ਇਹ ਧਾਰ ਲਈ ਹੈ, ਕੰਨਿਆ ਗੁਰ ਕੋ ਅਰਪਣ ਕਰੀ, ਤਬ ਸੇ ਮਾਤਾ ਸਮ ਸਭ ਕੇਰੀ। ਉਦੋਂ ਅਸੀਂ ਸਾਰਿਆਂ ਦੀ ਮਾਤਾ ਮੰਨ ਲਈ। ਬਸ ਮਨ ਸੁਭਾਵਨਾ ਕੀਨ ਵਡੇਰੀ, ਮਨ ਦੇ ਵਿੱਚ ਇਹ ਜਿਹੜੀ ਮਨ ਦੀ ਭਾਵਨਾ ਬਣ ਕੀਤੀ ਇਹਨਾਂ ਦੇ ਉੱਤੇ ਮਾਤਾ, ਅਸੀਂ ਮਾਤਾ ਕਰਕੇ ਮੰਨਿਆ। ਅਬ ਮਮ ਘਰ ਮੇ ਰਹੇ ਕੁਮਾਰੀ, ਹੁਣ ਮੇਰੇ ਘਰ 'ਚ ਕੁਮਾਰੀ ਰਹੇਗੀ। ਕੋ ਕਰ ਸਕੈ ਨ ਅੰਗੀਕਾਰੀ, ਕੋਈ ਵੀ ਹੁਣ ਅੰਗੀਕਾਰ ਵੀ ਨਹੀਂ ਕਰੇਗਾ। ਕਹਿਣਗੇ ਇਹ ਤਾਂ ਨਹੀਂ, ਅਸੀਂ ਨਹੀਂ ਹੁਣ, ਕਿਉਂਕਿ ਇਹ ਤਾਂ ਹੁਣ ਤੁਸੀਂ ਮਾਤਾ ਜੀ ਕਹਿੰਦੇ ਹੋ, ਸੰਕਲਪ ਕਰ ਲਿਆ।
ਮਾਤਾ ਕੇ ਸਮ ਰੱਖ ਹੈ ਭਾਉ। ਅਸੀਂ ਹੁਣ ਮਾਤਾ ਦੇ ਸਮ ਇਹਨਾਂ ਦੇ ਅੱਗੇ ਸ਼ਰਧਾ ਰੱਖਦੇ ਹਾਂ। ਬੰਧਨ ਨਾਨਹਿ ਹੋ ਤੇ ਅਗਾਉ, ਅੱਗੇ ਹੋ ਕੇ ਮੱਥਾ ਟੇਕਦੇ ਆ, ਇਹਨਾਂ ਨੂੰ ਬੰਧਨ ਕਰਦੇ ਆ। ਜਾਂ ਤੇ ਆਪ ਕਿਰਪਾ ਔਰ ਧਰੀਆ ਹੈ, ਅੰਗੀਕਾਰ ਸੁਤਾ ਮਮ ਕਰੀਆ ਹੈ। ਹਮਾਰਾ ਕਿਰਪਾ ਕਰੋ, ਇਹ ਮੇਰੀ ਪੁੱਤਰੀ ਨੂੰ ਪ੍ਰਵਾਨ ਕਰੋ। ਉਦੋਂ ਪੋਠੋਹਾਰ ਦੀ ਸਾਰੀ ਸੰਗਤ ਹੱਥ ਬੰਨੀ ਖੜੀ ਹੋ ਗਈ। ਸਾਰੀ ਸੰਗਤ ਹੁਣ ਖੜੀ ਹੱਥ ਬੰਨ ਕੇ ਬੇਨਤੀਆਂ ਕਰਦੇ ਅਤੇ ਬੇਨਤੀ ਕੀਤੀ ਕਿ ਡੋਲਾ ਜ਼ਰੂਰ ਪ੍ਰਵਾਨ ਕਰੋ। ਸਤਿਗੁਰੂ ਜੀ ਨੇ ਭਾਈ ਰਾਮੂ ਦਾ ਸਿਦਕ ਤੇ ਸੰਗਤ ਦੀ ਅਰਦਾਸ ਤੇ ਪ੍ਰਸੀਜ ਕੇ ਕਿਹਾ, ਸਾਡੀ ਪ੍ਰਤੱਗਿਆ ਤਾਂ ਅਟਲ ਰਹੇਗੀ, ਪਰ ਸਹਿਬਦੇਵਾਂ ਕੁਆਰੇ ਡੋਲੇ ਦੇ ਰੂਪ ਵਿੱਚ ਮਹਿਲਾਂ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਸ੍ਰੀ ਮੁਖ ਤੇ ਮੁਸਕਾਏ ਬਖਾਨਾ, ਪੁਰਹਿ ਕਾਮਨਾ ਸਕਲ ਸਥਾਨਾ। ਰਹੇ ਕੁਆਰੋ ਡੋਰਾ ਨਾਮੂ, ਕਰਹਿ ਸੇਵ ਬਸ ਹੋ ਹਮ ਤਾਮੂ। ਇਸ ਕਰਕੇ ਇਹ ਹੁਣ ਡੋਰਾ ਸਾਡੇ ਘਰ ਰਹੇਗਾ, ਪਰ ਕੁਆਰਾ। ਆਨੰਦ ਕਾਰਜ ਮਹਾਰਾਜ ਦੇ ਹੁਕਮ ਨਾਲ ਪਹਿਲਾਂ ਬੀਬੀ ਸਾਹਿਬਦੇਵਾ ਤੇ ਉਹਨਾਂ ਦੇ ਪਰਿਵਾਰ ਨੂੰ ਦੇਖੋ ਅੰਮ੍ਰਿਤ ਛਕਾਇਆ, ਕਿਉਂਕਿ ਅੰਮ੍ਰਿਤ ਸੰਚਾਰ ਮਾਤਾ ਜੀ ਦੇ ਆਉਣ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਹੋ ਚੁੱਕਿਆ ਸੀ। ਅੰਮ੍ਰਿਤ ਛਕਾ ਕੇ ਉਹਨਾਂ ਦੇ ਨਾਵਾਂ ਨਾਲ ਸਿੰਘ ਅਤੇ ਸਾਰੀ ਸੰਗਤ ਨੂੰ ਕੌਰ ਲਾ ਕੇ ਬੀਬੀਆਂ ਨੂੰ ਬਾਅਦ ਵਿੱਚ ਆਨੰਦ ਕਾਰਜ ਦੀ ਤਿਆਰੀ ਫਿਰ ਸ਼ੁਰੂ ਹੋਈ। ਗੁਰੂ ਘਰ ਦੇ ਰਬਾਬੀ ਉਦੋਂ ਦੇ ਕਿਹੜੇ ਕਿਹੜੇ ਸੀ? ਭਾਈ ਸੱਧੂ ਤੇ ਭਾਈ ਮੱਧੂ ਨੇ ਰਸ ਭਿੰਨਾ ਕੀਰਤਨ ਕੀਤਾ। ਬਾਬਾ ਬੁੱਢਾ ਜੀ ਅੰਸ਼ ਦੇ ਭਾਈ ਰਾਮ ਕੁਐਰ ਬਾਬਾ ਗੁਰਬਖਸ਼ ਸਿੰਘ ਜੀ ਨੇ ਗੁਰਮਤਿ ਅਨੁਸਾਰ ਆਨੰਦ ਕਾਰਜ ਦੀ ਰਸਮ 18 ਵਿਸਾਖ ਸੰਮਤ 1757 ਬਿਕਰਮੀ 1700 ਈਸਵੀ ਵਿੱਚ ਸੰਪੂਰਨ ਕੀਤੀ। ਮਾਤਾ ਸਾਹਿਬ ਕੌਰ ਦੀ ਉਮਰ ਉਸ ਵੇਲੇ 19 ਸਾਲ 6 ਮਹੀਨੇ 20 ਦਿਨ ਸੀ, ਜਦ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 34 ਸਾਲ ਸੀ। ਸੋ ਇਸ ਆਨੰਦ ਕਾਰਜ ਦੀ ਪੁਸ਼ਟੀ ਹੋਰ ਵਿਦਵਾਨਾਂ ਨੇ ਵੀ ਕੀਤੀ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਆ, ਤੀਸਰੇ ਦਿਨ ਭਾਈ ਰਾਮੂ ਸਿੰਘ ਦੀ ਬੇਟੀ ਨਾਲ ਗੁਰੂ ਜੀ ਨੇ ਆਨੰਦ ਪੜ੍ਹਾ ਲਿਆ। ਪੁਰਾਣੀ ਬੋਲੀ 'ਚ ਲਿਖਿਆ, ਰਾਗੀਆਂ ਨੇ ਲਾਵਾਂ ਪੜ੍ਹੀਆਂ, ਗ੍ਰੰਥੀ ਸਿੰਘ ਨੇ ਗੰਢ ਬੱਧੀ। ਇਹ ਖਾਲਸਾ ਤਵਾਰੀਖ ਗਿਆਨੀ ਗਿਆਨ ਸਿੰਘ ਵੱਲੋਂ। ਮਹਾਨ ਕੋਸ਼ ਵਿੱਚ 178 ਪੰਨੇ ਤੇ ਲਿਖਿਆ ਹੈ ਕਿ ਸਾਹਿਬ ਕੌਰ ਮਾਤਾ ਨੂੰ ਰੋਹਤਾਸ ਨਿਵਾਸੀ ਭਾਈ ਰਾਮੂ ਬਸੀ ਅਤੇ ਗੋਤ ਖੱਤਰੀ ਦੀ ਸਪੁੱਤਰੀ, ਜਿਸ ਦਾ ਆਨੰਦ 18 ਵਿਸਾਖ ਸੰਮਤ 1757 ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਹੋਇਆ। ਤਾਂ ਕੁਝ ਜਿਹੜੇ ਹੁੰਦੇ ਨੇ, ਜਿਵੇਂ ਕਵੀ ਸੈਨਾਪਤੀ, ਇਹਨਾਂ ਤੱਥਾਂ ਨਾਲ ਸਹਿਮਤ ਨਹੀਂ। ਉਹ ਲਿਖਦੇ ਨੇ ਕਿ ਗੁਰੂ ਸਾਹਿਬ ਜਦੋਂ ਕੂਚ ਕਰਦੇ ਰਾਜਪਤਾਨੇ ਗਏ ਤਾਂ ਉਦੋਂ ਹੋਇਆ। ਚਲੋ ਰੋਹ ਵਿਚਾਰ, ਉਹਨਾਂ ਨੇ ਆਪਣਾ ਇਹ ਵਿਚਾਰ ਦਿੱਤਾ ਹੈ। ਮਾਤਾ ਸਾਹਿਬ ਕੌਰ ਨੂੰ ਆਨੰਦ ਕਾਰਜ ਤੋਂ ਬਾਅਦ ਮਹਿਲਾਂ 'ਚ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਗਿਆ ਸੀ। ਆਨੰਦ ਕਾਰਜ ਤਾਂ ਉੱਥੇ ਹੀ ਹੋਇਆ ਸੀ। ਉਹਨਾਂ ਦੀ ਮਾਤਾ ਜਸਦੇਵ ਕੌਰ, ਉਹਦਾ ਨਾਂ ਰੱਖਿਆ ਜਸਦੇਵੀ ਸੀ ਨਾ। ਅੰਮ੍ਰਿਤ ਛਕਾ ਕੇ ਮਾਤਾ ਸਾਹਿਬ ਕੌਰ ਦੀ ਮਾਤਾ ਦਾ ਨਾਮ ਜਸਦੇਵ ਕੌਰ ਰੱਖਿਆ। ਉਹਨਾਂ ਨੇ ਆਪਣੀ ਪੁੱਤਰੀ ਨੂੰ ਪਿਆਰ ਨਾਲ ਪਲੋਸ ਕੇ ਰਸਮੀ ਤੌਰ ਤੇ ਸਮਝਾ ਕੇ ਬੱਚੀ ਭਾਰਤੀ ਉੱਚ ਨਾਰੀਆਂ ਵਾਂਗ ਆਪਣੇ ਸੰਕਲਪ ਤੇ ਦ੍ਰਿੜ ਰਹਿਣਾ ਤੇ ਪਤੀ ਦੇ ਅੰਗ ਸੰਗ ਰਹਿ ਕੇ ਸੇਵਾ ਕਰਨੀ, ਲਾਜ ਨਾ ਲਾਇਓ ਕਿਸੇ ਗੱਲੋਂ, ਜਿਵੇਂ ਮਾਂ ਸਿੱਖਿਆ ਦਿੰਦੀ ਹੁੰਦੀ ਹੈ। ਇਸ ਪ੍ਰਕਾਰ ਦੇ ਨਾਲ ਜਿਸ ਪ੍ਰਕਾਰ ਐਸਾ ਵੀ ਆਇਆ, ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਪੋਰਟ ਅਨੁਸਾਰ ਮਾਤਾ ਸਾਹਿਬ ਕੌਰ ਰੋਹਤਾਸ ਨਿਵਾਸੀ ਭਾਈ ਰਾਮੂ ਬਸ ਦੀ ਸਪੁੱਤਰੀ ਸਨ। ਭਾਈ ਰਾਮੂ ਗੁਰੂ ਦੇ ਅਨੰਨ ਸਿਦਕਵਾਨ ਸਿੱਖ ਸਨ। ਉਸ ਸਮੇਂ ਦੇ ਪੁਰਾਤਨ ਹਿੰਦੂ ਰਿਵਾਜ ਅਨੁਸਾਰ ਉਹਨਾਂ ਦੇ ਮਨ ਹੀ ਮਨ ਵਿੱਚ ਇਹ ਸੰਕਲਪ ਧਾਰ ਲਿਆ ਸੀ ਕਿ ਉਹ ਆਪਣੀ ਲੜਕੀ ਦਾ ਡੋਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਅਰਪਣ ਕਰਨਗੇ। ਇਸ ਉਦੇਸ਼ ਲਈ ਜਦ ਉਹ ਆਪਣੀ ਸਪੁੱਤਰੀ ਨੂੰ ਆਨੰਦਪੁਰ ਲਿਆਏ ਤਾਂ ਦਸਮ ਪਾਤਸ਼ਾਹ ਨੇ ਫਰਮਾਇਆ ਕਿ ਉਹ ਤਾਂ ਪਹਿਲਾਂ ਹੀ ਗ੍ਰਸਥ ਦਾ ਤਿਆਗ ਕਰ ਚੁੱਕੇ ਹਨ। ਜਦ ਉਹਨਾਂ ਨੇ ਬਹੁਤ ਅਸਰਾਰ ਕੀਤਾ ਤਾਂ ਸਤਿਗੁਰੂ ਜੀ ਨੇ ਇਸ ਸ਼ਰਤ ਤੇ ਡੋਲਾ ਪ੍ਰਵਾਨ ਕਰ ਲਿਆ ਕਿ ਉਹ ਸਾਰੀ ਉਮਰ ਕੁਆਰੇ ਹੀ ਰਹਿਣਗੇ। ਇਤਿਹਾਸਕ ਅਤੇ ਪੁਰਾਤਨ ਪਰੰਪਰਾਵਾਂ ਉਹਨਾਂ ਦਾ ਜ਼ਿਕਰ ਕੁਆਰਾ ਡੋਲਾ ਦੇ ਸ਼ਬਦਾਂ ਵਿੱਚ ਹੀ ਕਰਦੇ ਨੇ। ਮਾਤਾ ਸਾਹਿਬ ਕੌਰ ਨਾਲ ਉਹਨਾਂ ਦਾ ਆਨੰਦ ਕਾਰਜ 18 ਵਿਸਾਖ 1757 ਸੰਮਤ 1700 ਈਸਵੀ ਨੂੰ ਹੋਇਆ। ਗੁਰੂ ਸਾਹਿਬ ਨੇ ਖਾਲਸੇ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ। ਇਸ ਕਾਰਨ ਹੀ ਹਰ ਅੰਮ੍ਰਿਤਧਾਰੀ ਸਿੱਖ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਅਤੇ ਮਾਤਾ ਸਾਹਿਬ ਕੌਰ ਨੂੰ ਆਪਣੀ ਮਾਤਾ ਕਰਕੇ ਮੰਨਦਾ। ਇਹ ਲਿਖਿਆ ਬਚਨ।
ਸੋ ਉਹਨਾਂ ਦੇ ਮਾਤਾ ਪਿਤਾ ਤੇ ਪੋਠੋਹਾਰ ਦੀ ਸੰਗਤ ਸਭ ਪਰਿਵਾਰ ਆਨੰਦ ਕਾਰਜ ਤੋਂ ਬਾਅਦ ਖੁਸ਼ੀ-ਖੁਸ਼ੀ ਵਾਪਸ ਰੋਹਤਾਸ ਪਰਤ ਗਏ। ਮਾਤਾ ਸਾਹਿਬ ਕੌਰ ਦਾ ਵੀਰ ਸਾਹਿਬ ਸਿੰਘ ਉਹਨਾਂ ਦੇ ਕੋਲ ਹੀ ਠਹਿਰ ਗਿਆ, ਜੋ ਗੁਰੂ ਦੀ ਸੇਵਾ ਵਿੱਚ ਅੰਤ ਤੱਕ ਜੁਟਿਆ ਰਿਹਾ। ਗੁਰੂ ਕੇ ਵੱਡੇ ਮਹਿਲ। ਮਾਤਾ ਸਾਹਿਬ ਕੌਰ ਦੇ ਆਨੰਦ ਕਾਰਜ ਤੋਂ ਪਹਿਲਾਂ ਗੁਰੂ ਜੀ ਦਾ ਆਨੰਦ ਹੋ ਚੁੱਕਿਆ ਸੀ। ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ ਗੁਰੂ ਕੇ ਮਹਿਲ ਜਗਤ ਵਿਖਿਆਤ ਹਨ। ਮਾਤਾ ਸੁੰਦਰੀ ਜੀ ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਸੰਮਤ 1745-1688 ਈਸਵੀ ਨੂੰ ਹੋਇਆ ਤੇ ਮਾਤਾ ਜੀਤੋ ਜੀ ਦੀ ਕੁੱਖੋਂ ਤਿੰਨ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ 1690 ਈਸਵੀ, ਬਾਬਾ ਜੋਰਾਵਰ ਸਿੰਘ ਦਾ 1696 ਈਸਵੀ ਅਤੇ ਬਾਬਾ ਫਤਿਹ ਸਿੰਘ ਦਾ 1700 ਈਸਵੀ ਵਿੱਚ ਜਨਮ ਹੋਇਆ। ਕਈ ਚੀਜ਼ਾਂ ਪੱਕੀਆਂ ਵੀ ਨਹੀਂ ਹੁੰਦੀਆਂ, ਇਹ ਬੰਸਾਵਲੀਨਾਮਾ ਦੇ ਵਿੱਚ ਲਿਖਿਆ ਹੋਇਆ। ਇਹ ਸਨਾਂ ਦਾ ਆਪਸ ਵਿੱਚ ਫਰਕ ਕਈ ਥਾਈਂ ਪੈਂਦਾ ਹੈ, ਪਰ ਰੌ ਵਿਚਾਰ ਫੇਰ ਵੀ ਹੌਲੀ ਕਰਕੇ ਸਾਰਿਆਂ ਨੂੰ ਖੋਜ ਕਰਨੀ ਚਾਹੀਦੀ। ਬੰਸਾਵਲੀਨਾਮੇ ਅਨੁਸਾਰ ਮਾਤਾ ਸੁੰਦਰੀ ਤੇ ਮਾਤਾ ਜੀਤੋ ਦੋਵੇਂ ਲਾਹੌਰ ਦੇ ਖੱਤਰੀਆਂ ਕਰਮਵਾਰ ਭਾਈ ਰਾਮ ਸ਼ਰਨ ਅਤੇ ਹਰੀਜਸ ਦੀਆਂ ਧੀਆਂ ਸਨ। ਦੋਵੇਂ ਸਰਦੇ ਪੁੱਜਦੇ ਘਰਾਂ ਦੀਆਂ ਬੇਟੀਆਂ ਸਨ। ਇਤਿਹਾਸ ਅਨੁਸਾਰ ਦੋਹਾਂ ਦੇ ਵਿਆਹ ਸਤਿਗੁਰੂ ਨਾਲ ਨਵੇਂ ਵਸਾਏ ਲਾਹੌਰ ਵਿੱਚ ਹੋਏ। ਪ੍ਰਤੀਤ ਇਉਂ ਹੁੰਦਾ ਹੈ ਕਿ ਦੋਵੇਂ ਪਰਿਵਾਰ ਸਿੱਧਕਵਸ ਗੁਰੂ ਘਰ ਨਾਲ ਜੁੜਨ ਲਈ ਸੰਕਲਪ ਕਰ ਚੁੱਕੇ ਸੀ। ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ ਦੇ ਅਵਸਰ ਤੇ ਲਿਖੀ ਪੁਸਤਕ ਗੁਰੂ ਗੋਬਿੰਦ ਸਿੰਘ ਵਿੱਚ ਮਾਤਾ ਸੁੰਦਰੀ ਨੂੰ ਤੇ ਮਾਤਾ ਜੀਤ ਕੌਰ ਜੀ ਨੂੰ ਮਹਾਰਾਜ ਦੇ ਮਹਿਲ ਲਿਖਿਆ ਹੈ। ਮਾਤਾ ਜੀਤ ਕੌਰ ਜੀ ਵੱਡੇ ਮਹਿਲ ਤੇ ਮਾਤਾ ਸੁੰਦਰ ਕੌਰ ਛੋਟੇ ਮਹਿਲ ਨੇ। ਸੋ ਉਹ ਤਿੱਥ ਸੰਮਤ ਦੇ ਝਮੇਲੇ ਵਿੱਚ ਨਹੀਂ ਪਏ, ਪਰ ਇਹ ਜ਼ਿਕਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੀ ਸ਼ਾਦੀ 19 ਸਾਲ ਦੀ ਉਮਰ 'ਚ ਹੋਈ ਹੈ। ਸੋ ਮਾਤਾ ਸੁੰਦਰੀ ਜੀ ਪੁਸਤਕ ਦੀ ਲੇਖਕਾ ਡਾਕਟਰ ਮਹਿੰਦਰ ਕੌਰ ਗਿੱਲ ਨੇ ਪ੍ਰੋਫੈਸਰ ਹਰਬੰਸ ਸਿੰਘ ਦੀ ਲਿਖਤ ਨੂੰ ਆਪਣੀ ਪੁਸਤਕ ਦਾ ਧੁਰਾ ਮੰਨ ਕੇ ਲਿਖਿਆ ਕਿ ਜੋ ਪ੍ਰੋਫੈਸਰ ਸਾਹਿਬ ਸਿੰਘ ਦੇ ਦਿੱਤੇ ਸਮੇਂ ਨੂੰ ਮੰਨੀਏ ਤਾਂ ਗੁਰੂ ਸਾਹਿਬ ਪਹਿਲੀ ਸ਼ਾਦੀ ਸੰਮਤ 1742-1685 ਈਸਵੀ ਨੂੰ ਬਣਦੀ ਹੈ। ਉਹਨਾਂ ਲਿਖਿਆ ਕਿ ਅਸੀਂ ਆਪ ਵੀ ਇਹ ਤੱਥ ਨਾਲ ਸਹਿਮਤ ਹਾਂ ਕਿ ਮਾਤਾ ਸੁੰਦਰੀ ਜੀ ਵੱਡੇ ਮਹਿਲ ਮਾਤਾ ਜੀ ਨੂੰ ਮੰਨਦੇ ਕਈ ਮਾਤਾ, ਪਰ ਇਤਿਹਾਸ ਵਿੱਚ ਮਾਤਾ ਜੀਤ ਕੌਰ ਜੀ ਵੱਡੇ ਹੋਏ ਨੇ। ਬਾਅਦ ਵਿੱਚ ਉਹ ਕਿਉਂਕਿ ਸੱਚਖੰਡ ਗਮਨ ਮਾਤਾ ਜੀਤ ਕੌਰ ਜੀ ਨੇ ਪਹਿਲਾਂ ਕੀਤਾ ਹੈ। ਜੋ ਕਵੀ ਗਿਆਨੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ, ਇਹ ਕਈ ਵਿਚਾਰਾਂ ਵਿੱਚ ਆ ਜਾਂਦੀਆਂ, ਥੋੜਾ ਬਹੁਤ ਫਰਕ ਪੈਂਦਾ। ਇਹਦੇ ਬਾਰੇ ਆਪਾਂ ਰੋਹ ਵਿਚਾਰ ਹੀ ਕਹਿ ਸਕਦੇ ਹਾਂ। ਇਸ ਪ੍ਰਕਾਰ ਦੇ ਨਾਲ ਇੱਕ ਹੋਰ ਨੁਕਤਾ ਵੀ ਹੈ ਕਿ ਧਿਆਨ ਜੋ ਕਿ ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਦੀ ਕੁੱਖੋਂ ਪੈਦਾ ਹੋਏ ਜੋ ਗੁਰੂ ਸਾਹਿਬਜ਼ਾਦਿਆਂ ਵਿੱਚ ਵੱਡੇ ਸਨ, ਇਹ ਪ੍ਰਵਾਨਕ ਤੱਥ ਹੈ। ਪਰ ਮਾਤਾ ਜੀ ਨੇ ਬੇਨਤੀ ਕੀਤੀ ਸੀ, ਮਾਤਾ ਸਭ ਤੋਂ ਪਹਿਲਾਂ ਮਾਤਾ ਸੁੰਦਰ ਕੌਰ ਜੀ ਨੂੰ ਤਾਂ ਸੁਭਾਵਿਕ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹੋਏ। ਮਾਤਾ ਜੀਤ ਕੌਰ ਜੀ ਨੇ ਜਾ ਕੇ ਬੇਨਤੀ ਕੀਤੀ ਸੀ ਵੀ ਸਾਡੇ ਵੀ ਵਿਹੜੇ ਲਾਲ ਖੇਡੇ। ਸੂਰਜ ਪ੍ਰਕਾਸ਼ 'ਚ ਇਸ ਪ੍ਰਕਾਰ ਹੈ, ਮਹਾਰਾਜ ਨੇ ਕਿਹਾ ਸਾਡੇ ਕੋਲ ਤਾਂ ਲਾਲ ਨਹੀਂ ਹੈ। ਕਹਿੰਦੇ ਮਹਾਰਾਜ ਫੇਰ ਲਾਲ ਕਿੱਥੋਂ ਮਿਲਣਗੇ? ਕਹਿੰਦੇ ਸੰਗਤ ਦੀ ਸੇਵਾ ਕਰੋ। ਫਿਰ ਮਾਤਾ ਜੀ ਨੇ 1 ਸਾਲ ਲਗਾਤਾਰ ਸੰਗਤ ਦੀ ਬਹੁਤ ਭਾਰੀ ਸੇਵਾ ਕੀਤੀ। ਫਿਰ ਗੁਰਾਂ ਨੇ ਕਿਹਾ ਸੀ ਹੁਣ ਗੁਰੂ ਨਾਨਕ ਦੇ ਘਰੋਂ ਲਾਲ ਮਿਲਣਗੇ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਲਿਖਿਆ, ਲਾਹੌਰ ਨਿਵਾਸੀ ਭਾਈ ਹਰਜਸ ਭਿੱਖੀਏ ਖੱਤਰੀ ਨੇ ਆਪਣੀ ਸਪੁੱਤਰੀ ਸੋ ਮਾਤਾ ਜੀਤੋ ਜੀ ਦਾ ਵਿਆਹ ਗੁਰੂ ਸਾਹਿਬ ਨਾਲ ਕਰਨ ਦਾ ਫੈਸਲਾ ਕੀਤਾ। ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਨੇ ਮਾਤਾ ਗੁਜਰੀ ਨਾਲ ਸਲਾਹ ਕਰਕੇ ਪ੍ਰਵਾਨਗੀ ਦੇ ਦਿੱਤੀ। ਪੁਰਾਣੇ ਨਾਮ ਤਾਂ ਬੋਲਦੇ ਆ ਕਿਉਂਕਿ ਪਿਛਲਾ ਇਤਿਹਾਸ ਹੈ ਹਲੇ। ਸੋ ਮਾਤਾ ਜੀਤੋ ਜੀ ਦੇ ਪਿਤਾ ਨੇ ਗੁਰੂ ਜੀ ਨੂੰ ਬਰਾਤ ਲੈ ਕੇ ਲਾਹੌਰ ਆਉਣ ਲਈ ਕਿਹਾ, ਪਰ ਉਹਨਾਂ ਨੇ ਆਨੰਦਪੁਰ ਛੱਡਣ ਤੋਂ ਇਨਕਾਰ ਕਰਤਾ। ਜਦ ਉਸਨੇ ਕਿਹਾ ਕਿ ਮੇਰਾ ਸੰਕਲਪ ਹੈ ਕਿ ਬੱਚੀ ਦਾ ਆਨੰਦ ਕਾਰਜ ਲਾਹੌਰ ਹੀ ਹੋਵੇ, ਤਾਂ ਗੁਰੂ ਮਹਾਰਾਜ ਨੇ ਮੁਸਕਰਾ ਕੇ ਕਿਹਾ ਕਿ ਆਨੰਦ ਲਾਹੌਰ ਹੀ ਹੋਵੇਗਾ। ਮਹਾਨ ਕੋਸ਼ ਅਨੁਸਾਰ ਹਰ ਜਸ ਦੀ ਇੱਛਾ ਪੂਰੀ ਕਰਨ ਲਈ ਨਵਾਂ ਨਗਰ ਵਸਾ ਕੇ ਉਹਦਾ ਨਾਂ ਲਾਹੌਰ ਰੱਖਿਆ ਤੇ ਕਿਹਾ ਕਿ ਆਨੰਦ ਕਾਰਜ ਇਸ ਲਾਹੌਰ ਵਿੱਚ ਹੋਵੇਗਾ। ਇਹ ਅਦਭੁਤ ਸ਼ਹਿਰ ਦਾ ਨਾਮ ਹੈ ਗੁਰੂ ਕਾ ਲਾਹੌਰ। ਇੱਕ ਉਹਦੇ ਕਰਕੇ ਪ੍ਰਸਿੱਧ ਗੁਰੂ ਕਾ ਲਾਹੌਰ। ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਹਾਂ, ਕਈ ਜਾਣੇ ਤਾਂ ਆਨੰਦਪੁਰ ਸਾਹਿਬ ਤੋਂ ਹੀ ਮੁੜੇ ਆਉਂਦੇ ਨੇ, ਅੱਗੇ ਜਾਂਦੇ ਹੀ ਨਹੀਂ। ਨੰਗਲ ਵਿੱਚ ਜਿਹੜਾ ਭਭੌਰ ਸਾਹਿਬ ਸਥਾਨ ਹੈ ਉੱਥੇ ਵੀ ਨਹੀਂ ਜਾਂਦੇ, ਜਿੱਥੇ ਚੌਪੀ ਸਾਹਿਬ ਦਾ ਪਾਠ ਉਚਾਰਿਆ। ਤੇ ਗੁਰੂ ਕੇ ਲਾਹੌਰ ਬੜਾ ਸੁੰਦਰ ਸਥਾਨ ਨੇ, ਦਰਸ਼ਨ ਕਰੋ। ਖਾਲਸੇ ਦੇ ਨਾਨਕੇ ਕਿਹਾ ਮਹਾਰਾਜ ਨੇ, ਨਾਨਕੇ ਤਾਂ ਜਾਣਾ ਹੀ ਚਾਹੀਦਾ ਆਪਾਂ ਨੂੰ। ਉੱਥੇ ਹੀ ਬੜੇ ਕੌਤਕ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਪ੍ਰੋਫੈਸਰ ਕਰਤਾਰ ਸਿੰਘ MA ਲਿਖਤ ਪੁਸਤਕ ਸਿੱਖ ਇਤਿਹਾਸ ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ
ਦਸ਼ਮੇਸ਼ ਗੁਰੂ ਦੇ ਵਿਆਹ ਤੇ ਸੰਤਾਨ ਸੰਬੰਧੀ ਇਸ ਪ੍ਰਕਾਰ ਉਹਨਾਂ ਲਿਖਿਆ ਹੈ। ਤੋ ਆਮ ਤੌਰ ਤੇ ਮੰਨਿਆ ਤੇ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਹੇਠ ਲਿਖੇ ਅਨੁਸਾਰ 3 ਆਪਦੇ ਵਿਵਾਹ ਕਾਰਜ ਆਨੰਦ ਕਾਰਜ ਹੋਏ ਨੇ। ਲਿਖਦੇ ਨੇ ਪ੍ਰੋਫੈਸਰ ਕਰਤਾਰ ਸਿੰਘ MA ਕਿ ਵੀ ਆਪ ਦਾ ਪਹਿਲਾ ਵਿਆਹ ਲਾਹੌਰ ਨਿਵਾਸੀ ਸ੍ਰੀ ਹਰਜਸ ਭਖੀਏ ਖੱਤਰੀ ਦੀ ਸਪੁੱਤਰੀ ਜਿਨ੍ਹਾਂ ਨੂੰ ਫਿਰ ਪੰਥ ਨੇ ਸਤਿਕਾਰ ਨਾਲ ਮਾਤਾ ਅਜੀਤ ਕੌਰ ਜੀ ਕਿਹਾ, ਮਾਤਾ ਅਜੀਤ ਕੌਰ ਨਾਲ ਹਾੜ ਸੰਮਤ 1734 ਵਿੱਚ ਹੋਇਆ। ਸ੍ਰੀ ਹਰਜਸ ਦੀ ਅੰਦਾਜ਼ਾ ਚਾਅ ਸੀ ਕਿ ਸ੍ਰੀ ਦਸ਼ਮੇਸ਼ ਜੀ ਜੰਜ ਲੈ ਕੇ ਲਾਹੌਰ ਢੁਕਣ, ਪਰ ਗੁਰੂ ਜੀ ਨੇ ਜਿਹੜੇ ਮਹਾਨ ਜ਼ਰੂਰੀ ਕੰਮ ਆਰੰਭੇ ਹੋਏ ਸੀ ਉਹਨਾਂ ਨੂੰ ਵਿੱਚੇ ਛੱਡ ਕੇ ਲਾਹੌਰ ਜਾਣਾ ਠੀਕ ਨਾ ਸਮਝਿਆ। ਆਪ ਨੇ ਕਿਹਾ ਕਿ ਤੁਹਾਡੀ ਪ੍ਰਸੰਨਤਾ ਲਈ ਅਤੇ ਵਿਆਹ ਦੀ ਖਾਤਰ ਤੁਹਾਡੀ ਰਿਹਾਇਸ਼ ਵਾਸਤੇ ਅਸੀਂ ਇੱਥੇ ਹੀ ਲਾਹੌਰ ਰਚ ਦਿੰਦੇ ਹਾਂ। ਸੋ ਆਪ ਜੀ ਨੇ ਸਿੱਖਾਂ ਨੂੰ ਹੁਕਮ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਉੱਤਰ ਵੱਲ ਉਸ ਸਮੇਂ ਵਾਸਤੇ ਇੱਕ ਅਦਭੁਤ ਨਗਰ ਰਚ ਦਿੱਤਾ, ਜਿਹਦਾ ਨਾਮ ਗੁਰੂ ਕਾ ਲਾਹੌਰ ਰੱਖਿਆ। ਇੱਥੇ ਗੁਰੂ ਜੀ ਦੀ ਸ਼ਾਦੀ ਮਾਤਾ ਜੀਤੋ ਜੀ ਨਾਲ ਹੋਈ। ਜਾ ਕੇ ਉੱਥੇ ਦਰਸ਼ਨ ਕਰ ਸਕਦੇ ਆ, ਸੇਹਰਾ ਸਾਹਿਬ, ਤ੍ਰਿਵੇਣੀ ਸਾਹਿਬ, ਤੇ ਘੋੜੇ ਨੇ ਪੌੜ ਮਾਰ ਕੇ ਜਿੱਥੇ ਸਮੁੰਦਰ ਕੱਢਿਆ ਥੱਲਿਓਂ, ਸਮੁੰਦਰ ਦਾ ਪਾਣੀ ਵੀ ਸੰਗਤਾਂ ਨੇ ਚੱਖਿਆ ਉੱਥੇ। ਗੁਰੂ ਸਾਹਿਬ ਲਈ ਤੇ ਸਾਰੀਆਂ ਚੀਜ਼ਾਂ ਸੁਭਾਵਿਕ ਹੀ ਨੇ, ਪਰ ਜਦੋਂ ਇਹ ਕਥਾ ਆਵੇਗੀ ਲੜੀਵਾਰ 10 ਸਰੂਪਾਂ ਦੀ, ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਉਹਦੇ 'ਚ ਬੜਾ ਆਨੰਦ ਬਣਦਾ। ਇਹ ਤਾਂ ਹਲੇ ਆਪਾਂ ਸੁਭਾਵਿਕ ਹੀ ਸੁਣਾ ਰਹੇ ਹਾਂ। ਮਾਤਾ ਜੀਤੋ ਜੀ ਦਾ ਅਸਲੀ ਨਾਂ ਅਜੀਤੋ ਸੀ, ਜੋ ਅੰਮ੍ਰਿਤ ਛਕਣ ਉਪਰੰਤ ਅਜੀਤ ਕੌਰ ਬਣਿਆ ਲਿਖਿਆ ਹੈ। ਇਹਨਾਂ ਦੀ ਕੁੱਖ ਤੋਂ 3 ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਸੰਮਤ 1747, ਸਨ 1690 ਵਿੱਚ ਬਾਬਾ ਜੋਰਾ ਸਿੰਘ ਜੀ ਸੰਮਤ 1753, ਸਨ 1696 ਚ, ਅਤੇ ਬਾਬਾ ਫਤਿਹ ਸਿੰਘ ਜੀ ਸੰਮਤ 1756, ਸਨ 1699 ਚ ਆਪ ਜੀ ਨੇ ਸੰਸਾਰ ਚ ਆਉਣਾ ਕੀਤਾ ਹੈ। ਸ੍ਰੀ ਮਾਤਾ ਜੀਤੋ ਜੀ ਦਾ ਦੇਹਾਂਤ ਜਿਹੜਾ ਹੈ ਸੰਮਤ 1757 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ। ਉੱਥੇ ਆਪ ਦਾ ਦਿਉਰਾ ਅਗੰਮਪੁਰ ਦੇ ਨਾਂ ਤੋਂ ਪ੍ਰਸਿੱਧ ਹੈ, ਜਿੱਥੇ ਆਪ ਦਾ ਸੰਸਕਾਰ ਸਥਾਨ ਹੈ। ਇਹ ਇਤਿਹਾਸਕਾਰਾਂ ਨੇ ਲਿਖਿਆ ਵੀ ਹੋਇਆ। ਹੁਣ ਇਹਦੇ ਉੱਤੇ ਆਪਾਂ ਮਿੱਟੀ ਨਹੀਂ ਪਾ ਸਕਦੇ ਜਾਂ ਅੱਖਾਂ ਨਹੀਂ ਬੰਦ ਕਰ ਸਕਦੇ। ਮਾਤਾ ਜੀ ਦਾ 1757 ਦੇ ਵਿੱਚ ਸੱਚਖੰਡ ਗਮਨ ਕੀਤਾ ਉਹਨਾਂ ਨੇ, ਕਿਉਂਕਿ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਅੰਤਰਜਾਮਤਾ ਨਾਲ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬੜਾ ਕੁਝ ਮੈਂ ਦੇਖ ਰਹੀ, ਜੰਗ, ਯੁੱਧ, ਸਾਹਿਬਜ਼ਾਦੇ ਸ਼ਹੀਦ ਹੋ ਰਹੇ, ਵੱਡੇ ਛੋਟੇ ਵੀ ਨੀਆਂ ਚਿਣੇ ਜਾ ਰਹੇ। ਮਹਾਰਾਜ ਇਹ ਦੇਖਣਾ ਬਹੁਤ ਮੇਰੇ ਲਈ ਮੁਸ਼ਕਿਲ ਹੈ। ਦਇਆਵਾਨ ਬੜੇ ਸੀ ਮਾਤਾ ਜੀ, ਆਪ ਕਿਰਪਾ ਕਰੋ, ਮੈਨੂੰ ਆਗਿਆ ਦੇ ਦਿਓ, ਮੈਂ ਸੱਚਖੰਡ ਚਲੀ ਜਾਵਾਂ। ਸਤਿਗੁਰੂ ਹੱਸ ਕੇ ਕਹਿੰਦੇ, ਮਹਾਰਾਜ ਦਾ ਇਸ ਪ੍ਰਕਾਰ ਵੀ ਜ਼ਿਕਰ ਆਇਆ, ਜੋਗੀ ਜੀ ਜਾਓ ਜੇ ਤੁਹਾਡੀ ਇੱਛਾ ਹੈ। ਮਹਾਰਾਜ ਜੋਗੀ ਜੀ ਕਿਹਾ ਕਰਦੇ ਸੀ, ਇਹ ਆਪਾਂ ਨੂੰ ਨਹੀਂ ਪਤਾ। ਸੂਰਜ ਪ੍ਰਕਾਸ਼ ਵਿੱਚ ਵੀ ਐਸਾ ਨਾਮ ਆਇਆ। ਅੱਛਾ ਜੋਗੀ ਜੀ ਇਹ ਤੁਹਾਡੀ ਇੱਛਾ। ਮਾਤਾ ਨੇ ਕੇਸੀ ਇਸ਼ਨਾਨ ਕੀਤਾ, ਨਵੇਂ ਵਸਤਰ ਪਾਏ, ਤੋ ਉਸ ਵਕਤ ਚਿੱਟੀ ਚਾਦਰ ਲੈ ਕੇ ਜਪਜੀ ਸਾਹਿਬ ਪੜ੍ਹਿਆ, ਆਪਣੀ ਇੱਛਾ ਅਨੁਸਾਰ ਸਰੀਰ ਤਿਆਗ ਕੇ ਸੱਚਖੰਡ ਗਮਨ ਹੋ ਗਏ। ਸੋ ਦੂਸਰਾ ਲਿਖਿਆ, ਸ੍ਰੀ ਦਸ਼ਮੇਸ਼ ਜੀ ਦਾ ਦੂਸਰਾ ਵਿਵਾਹ ਲਾਹੌਰ ਨਿਵਾਸੀ ਸ੍ਰੀ ਰਾਮ ਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ 7 ਵਿਸਾਖ ਸੰਮਤ 1741 ਨੂੰ ਹੋਇਆ। ਇਹ ਦੇਖੋ 7 ਵਿਸਾਖ ਹੈ, ਉਹ ਮਹਾਰਾਜ ਸੱਚੇ ਇਹ ਵਿਸਾਖ ਨਾਲ ਕਾਫੀ ਸੰਬੰਧ ਆਪਣਾ, ਪਰ ਉਹ ਆਪਾਂ ਯਾਦ ਨਹੀਂ ਰੱਖਦੇ। ਤੇ ਮਾਤਾ ਜੀ ਦਾ ਹਾੜ ਚ ਹੋਇਆ ਸੀ, ਮਾਤਾ ਅਜੀਤ ਕੌਰ ਜੀ ਦਾ। ਸੋ ਇਹਨਾਂ ਦੀ ਕੁੱਖ ਤੋਂ ਸ੍ਰੀ ਦਸ਼ਮੇਸ਼ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਮਾਘ ਸੁਦੀ 4/23 ਮਾਘ ਸੰਮਤ 1743 ਮੁਤਾਬਕ 7 ਜਨਵਰੀ ਸਨ 1687 ਨੂੰ ਪੈਦਾ ਹੋਏ। ਸ੍ਰੀ ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸੁੰਦਰੀ ਜੀ ਦਾ ਹੁਕਮ ਪੰਥ ਵਿੱਚ ਮੰਨਿਆ ਜਾਂਦਾ ਰਿਹਾ। ਆਪ ਨੇ ਹੀ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਹੈੱਡ ਗ੍ਰੰਥੀ ਥਾਪ ਕੇ ਭੇਜਿਆ ਸੀ, ਮੁੱਖ ਗ੍ਰੰਥੀ। ਮਾਤਾ ਜੀ ਦੇ ਜਿਹੜਾ ਜੀਵਨ ਦਾ ਅੰਤਮ ਸਮਾਂ ਦਿੱਲੀ 'ਚ ਗੁਜ਼ਾਰਿਆ ਜ਼ਿਆਦਾ। ਮਾਤਾ ਜੀ ਦਾ ਸੱਚਖੰਡ ਗਮਨ ਦਿਵਸ ਸੰਮਤ 1804 ਵਿੱਚ ਸਨ 1747 ਵਿੱਚ ਹੋਇਆ। ਆਪ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਸੀਸਗੰਜ ਤੋਂ 1.5 ਮੀਲ ਦੀ ਵਿੱਥ ਤੇ ਹੈ। ਹੁਣ ਆਇਆ ਤੀਸਰਾ। ਆਪ ਦਾ ਤੀਜਾ ਵਿਆਹ ਰੋਹਤਾਸ ਜ਼ਿਲ੍ਹਾ ਜੇਹਲਮ ਪਾਕਿਸਤਾਨ ਨਿਵਾਸੀ ਸ੍ਰੀ ਰਾਮੂ ਬਸੀ ਖੱਤਰੀ ਦੀ ਸਪੁੱਤਰੀ ਮਾਤਾ ਸਾਹਿਬ ਦੇਵੀ ਨਾਲ ਸੰਮਤ 1757 ਵਿੱਚ ਹੋਇਆ। ਪਰ ਇਹ ਵਿਆਹ ਆਮ ਵਿਆਹ ਵਰਗਾ ਨਹੀਂ ਸੀ।
ਸੰਮਤ 1757 ਵਿੱਚ ਮਾਤਾ ਜੀਤ ਕੌਰ ਜੀ ਦੇ ਅਕਾਲ ਚਲਾਣੇ ਮਗਰੋਂ ਮਾਤਾ ਸਾਹਿਬ ਕੌਰ ਜੀ ਦੇ ਪਿਤਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਆਪਣੀ ਧੀ ਸਾਹਿਬ ਦੇਵੀ ਨੂੰ ਜੰਮਦਿਆਂ ਹੀ ਆਪ ਦੇ ਅਰਪਣ ਕੀਤਾ ਹੋਇਆ, ਆਪ ਇਸ ਦਾ ਸਾਕ ਪ੍ਰਵਾਨ ਕਰੋ। ਸਭ ਲੋਕ ਇਸ ਨੂੰ ਮਾਤਾ ਜੀ ਕਹਿੰਦੇ, ਆਪ ਬਿਨਾਂ ਇਹਨੂੰ ਹੋਰ ਕੋਈ ਨਹੀਂ ਵਿਆਹੇਗਾ। ਗੁਰੂ ਦਸ਼ਮੇਸ਼ ਪਿਤਾ ਜੀ ਨੇ ਉੱਤਰ ਦਿੱਤਾ, ਅਸਾਂ ਹੁਣ ਬ੍ਰਹਮਚਰਜ ਧਾਰ ਲਿਆ ਤਾਂ ਜੋ ਅਸੀਂ ਆਪਣਾ ਪੂਰਾ ਵਿੱਤ ਤੇ ਧਰਮ ਤੇ ਦੇਸ਼ ਦੀ ਸੇਵਾ ਪਰ ਖਰਚ ਕਰ ਸਕੀਏ। ਇਸ ਕਰਕੇ ਹੁਣ ਵਿਆਹਾਂ ਵਰਗਾ ਵਿਆਹ ਤਾਂ ਨਹੀਂ ਅਸੀਂ ਕਰ ਸਕਦੇ। ਹਾਂ, ਜੇ ਤੁਹਾਡੀ ਧੀ ਵੀ ਸਾਰੀ ਉਮਰ ਇੱਕ ਤਰ੍ਹਾਂ ਨਾਲ ਕੁਆਰਾਪਨ ਧਾਰ ਸਕਦੀ ਹੈ, ਸਰੀਰਕ ਮੇਲ ਦੀ ਥਾਂ ਸਾਡੇ ਨਾਲ ਕੇਵਲ ਆਤਮਿਕ ਵਿਵਾਹ ਹੋ ਸਕਦਾ, ਇਹਨਾਂ ਦਾ ਆਤਮਿਕ ਮੇਲ ਪ੍ਰਵਾਨ ਕਰਦੀ ਹੈ, ਤਾਂ ਮੈਨੂੰ ਤੁਹਾਡੀ ਪ੍ਰਸੰਨਤਾ ਲਈ ਉਹਨੂੰ ਵਰਨ ਵਿੱਚ ਕੋਈ ਇਤਰਾਜ਼ ਨਹੀਂ। ਇਹਨਾਂ ਸ਼ਰਤਾਂ ਉੱਤੇ ਮਾਤਾ ਸਾਹਿਬ ਕੌਰ ਜੀ ਨਾਲ ਆਪ ਦਾ ਸ਼ੁਭ ਵਿਵਾਹ ਹੋਇਆ। ਮਾਤਾ ਸਾਹਿਬ ਦੇਵੀ ਨੂੰ ਸਿੱਖ ਤੇ ਗੈਰ ਸਿੱਖ ਇਤਿਹਾਸਕਾਰਾਂ ਨੇ ਕੁਆਰਾ ਡੋਲਾ ਕਰਕੇ ਲਿਖਿਆ, ਆਪ ਵਿਆਹੇ ਹੋਏ ਵੀ ਕੁਆਰੇ ਹੀ ਰਹੇ। ਅੰਮ੍ਰਿਤ ਛਕਣ ਤੋਂ ਮਗਰੋਂ ਆਪ ਜੀ ਦਾ ਨਾਮ ਮਾਤਾ ਸਾਹਿਬ ਕੌਰ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਗੋਦੀ ਸਾਰਾ ਖਾਲਸਾ ਪੰਥ ਪਾਇਆ। ਇਸ ਕਰਕੇ ਅੰਮ੍ਰਿਤ ਸੰਸਕਾਰ ਸਮੇਂ ਅੰਮ੍ਰਿਤਧਾਰੀ ਨੂੰ ਕਿਹਾ ਜਾਂਦਾ ਕਿ ਅੱਜ ਤੋਂ ਤੇਰੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਮਾਤਾ ਜੀ ਹਨ। ਜਦੋਂ ਸ੍ਰੀ ਦਸ਼ਮੇਸ਼ ਜੀ ਦੱਖਣ ਨੂੰ ਗਏ ਤਾਂ ਮਾਤਾ ਸੁੰਦਰੀ ਜੀ ਤਾਂ ਆਪ ਦੀ ਆਗਿਆ ਅਨੁਸਾਰ ਦਿੱਲੀ ਰਹੇ। ਮਾਤਾ ਸੁੰਦਰ ਕੌਰ ਨਾਮ ਪਿਆ ਜਿਨ੍ਹਾਂ ਦਾ ਬਾਅਦ ਚ ਅੰਮ੍ਰਿਤ ਛਕ ਕੇ, ਅਤੇ ਮਾਤਾ ਸਾਹਿਬ ਕੌਰ ਜੀ ਆਪ ਦੇ ਨਾਲ ਹੀ ਗਏ। ਜਦੋਂ ਸ੍ਰੀ ਦਸ਼ਮੇਸ਼ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਪੁੱਜਿਆ ਸਮਝਿਆ ਤਾਂ ਆਪ ਨੇ ਮਾਤਾ ਸਾਹਿਬ ਕੌਰ ਨੂੰ ਮਾਤਾ ਸੁੰਦਰ ਕੌਰ ਕੋਲ ਦਿੱਲੀ ਭੇਜ ਦਿੱਤਾ। ਆਪ ਨੇ ਉਹਨਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 5 ਸ਼ਸਤਰ ਸਨਮਾਨ ਨਾਲ ਰੱਖਣ ਲਈ ਦਿੱਤੇ, ਜੋ ਹੁਣ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿੱਚ ਸੁਸ਼ੋਭਿਤ ਹਨ ਜੀ। ਮਾਤਾ ਸਾਹਿਬ ਕੌਰ ਦਾ ਅੰਤਮ ਸਮਾਂ ਜਿਹੜਾ ਸੱਚਖੰਡ ਗਮਨ ਦੇ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਹੋਇਆ। ਉਹਨਾਂ ਦੀ ਸਮਾਧ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦੇਰੇ ਕੋਲ ਬਣਾ ਦਿੱਤੀ ਦਿੱਲੀ। ਦਸ਼ਮੇਸ਼ ਗੁਰੂ ਨੇ 3 ਵਿਆਹਾਂ ਦੀ ਵੇਰਵੇ ਸਹਿਤ ਜਾਣਕਾਰੀ ਦੇ ਕੇ ਲੇਖਕ ਨੂੰ ਇਸ ਪ੍ਰਕਾਰ ਇਹਦੇ ਵਿੱਚ ਫਿਰ ਵੀ ਆਪਣਾ ਜੋ ਕਹਿੰਦੇ ਜਿਹੜਾ ਬਹਿਸ ਦਾ ਵਿਸ਼ਾ ਉਹ ਨਹੀਂ ਜ਼ਿਆਦਾ ਬਣਾਉਣਾ ਚਾਹੀਦਾ, ਆਪਾਂ ਨੂੰ ਬਹਿਸ ਨਹੀਂ ਕਰਨੀ ਚਾਹੀਦੀ ਕਿਸੇ ਗੱਲ ਦੇ ਉੱਤੇ। ਇਸ ਪ੍ਰਕਾਰ ਇਹ ਸਾਰੇ ਇਤਿਹਾਸਕ ਤੱਥ ਆਪ ਦੇ ਸਾਹਮਣੇ ਜਿਹੜੇ ਰੱਖੇ ਨੇ, ਤੋ ਜਿਸ ਪ੍ਰਕਾਰ ਦੱਸਿਆ ਕਿ ਕਿਸ ਪ੍ਰਕਾਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੱਥ-ਸੱਤ ਰੱਖ ਕੇ ਖਾਲਸੇ ਨੂੰ ਆਪਣਾ ਪੁੱਤਰ ਮੰਨ ਕੇ ਪਾਲਿਆ ਹੈ ਔਰ ਹੁਣ ਵੀ ਪਾਲ ਰਹੇ ਨੇ। ਗੁਰੂ ਕਾ ਲਾਹੌਰ ਸਿੱਧਕੀ ਸਿੱਖ ਭਾਈ ਹਰਜਸ ਦਾ ਸੰਕਲਪ ਪੂਰਾ ਕਰਨ ਲਈ ਗੁਰੂ ਸਾਹਿਬ ਨੇ ਨਵਾਂ ਲਾਹੌਰ ਆਬਾਦ ਕਰਨ ਅਤੇ ਸਜਾਉਣ ਲਈ ਵੱਖ-ਵੱਖ ਵਰਗਾਂ ਦੇ ਵਪਾਰੀ ਸੱਦਣ ਲਈ ਮਸੰਦਾਂ ਨੂੰ ਹੁਕਮਨਾਮੇ ਭੇਜੇ ਤੇ ਭਾਰੀ ਧਨ ਦੇ ਕੇ ਉਹਨਾਂ ਨੂੰ ਉੱਥੇ ਵਸਾਇਆ। ਨਵੇਂ ਨਗਰ ਵਸਾਉਣ ਦੀ ਰੀਤ ਗੁਰੂ ਘਰ ਵਿੱਚ ਪਹਿਲਾਂ ਹੀ ਪ੍ਰਚਲਿਤ ਰਹੀ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ, ਫਿਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਫਿਰ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਫਿਰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਨਾਲ ਤਰਨਤਾਰਨ ਸਾਹਿਬ ਵਸਾਇਆ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਰਤਪੁਰ ਸਾਹਿਬ ਵਸਾਇਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਨੰਦਪੁਰ ਸਾਹਿਬ ਵਸਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕਾ ਲਾਹੌਰ ਤੇ ਪੌਂਟਾ ਸਾਹਿਬ ਨਗਰ ਵਸਾਏ। ਇਸ ਸ਼ਹਿਰ ਨੂੰ ਬਹੁਤ ਸੁੰਦਰ ਬਣਾਉਣ ਲਈ ਇਸ ਵਿਚਲੇ ਬਾਜ਼ਾਰਾਂ ਦੇ ਨਾਂ ਵੀ ਰੱਖੇ ਗਏ, ਜਿਵੇਂ ਕਿ ਸਰਹੰਦੀ ਬਾਜ਼ਾਰ, ਰੋਪੜੀ ਬਾਜ਼ਾਰ, ਹੁਸ਼ਿਆਰਪੁਰੀ ਬਾਜ਼ਾਰ ਅਤੇ ਲਾਹੌਰੀ ਬਾਜ਼ਾਰ। ਇਸ ਸ਼ਹਿਰ ਦੀ ਤਾਰੀਫ ਭਾਈ ਸੰਤੋਖ ਸਿੰਘ ਨੇ ਲਿਖੀ ਵੀ ਹੈ। ਗੁਰ ਕੋਲਾਪੁਰ ਬਸਿਓ ਮਹਾਨਾ, ਜਹ ਕਹਿ ਲੈ ਬੈਠੇ ਧਨ ਧਾਨਾ, ਭੀੜ ਬਾਜ਼ਾਰ ਵਿਖੇ ਬਹੁ ਹੋਈ, ਵਿਆਹ ਪ੍ਰਤੀਖਤ ਭੇ ਸਭ ਕੋਏ, ਨਰ ਨਾਰਨ ਕੇ ਅਤ ਹੀ ਚਿਤ ਚਾਉ, ਪਿਖਨ ਬਰਾਤ ਨਰਨ ਸਮਦਾਉ, ਕਹਿਓ ਨਾ ਜਾਏ ਕਰੀ ਬਹੁਤ ਤਿਆਰੀ, ਭਇਓ ਬਾਸ ਤਹਿ ਆਨੰਦ ਭਾਰੀ, ਗੁਰ ਹਿਤ ਤਿਉ ਵਿਸਕਰਮਾ ਕੀਓ, ਪੁਰ ਲਾਹੌਰ ਜੇ ਸਮ ਨਹਿ ਬੀਓ, ਤਬ ਗੁਰ ਸਿੱਖ ਮਸੰਦ ਬਲਾਏ, ਅਨਗਨ ਧਨ ਤੇ ਤਹਾਂ ਬਸਾਏ, ਸੰਗੋ ਪ੍ਰਤਿਭਾਖਿਓ ਮਤ ਸੰਗੋ, ਜੋ ਜੋ ਮੰਗੇ ਦੇਹੋ ਨਿਸੰਗੋ। ਸੰਗੋ ਭਾਈ ਬੀਬੀ ਵੀਰੋ ਜੀ, 6ਵੇਂ ਪਾਤਸ਼ਾਹੀ ਸਪੁੱਤਰੀ ਬੀਬੀ ਵੀਰੋ ਜੀ ਦੇ ਸਪੁੱਤਰ ਸੰਗੋ ਸ਼ਾਹ ਜੀ, ਉਹਨਾਂ ਦਾ ਬਚਨ ਆਇਆ।
ਇਹ ਪੰਥ ਪ੍ਰਕਾਸ਼ ਵਿੱਚ ਵਚਨ ਆਉਂਦੇ ਨੇ ਜਿਹੜੇ ਹੁਣ ਸੁਣਾਏ ਨੇ, ਪਹਿਲਾਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਆਏ। ਸੋ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਦੀ ਸ਼ਾਦੀ ਇਤਨੀ ਸ਼ਾਨੋ ਸ਼ੌਕਤ ਨਾਲ ਨਹੀਂ ਹੋਈ ਜਿਤਨੀ 10ਵੇਂ ਪਾਤਸ਼ਾਹੀ ਦੀ ਹੋਈ। ਸਤਿਗੁਰੂ ਜੀ ਬਰਾਤ ਵਿੱਚ ਸ਼ਾਮਲ ਹੋਣ ਲਈ ਗੁਰੂ ਜੀ ਦੇ ਸਾਕ ਸਨਈਆਂ ਤੋਂ ਇਲਾਕੇ ਭਾਰੀ ਗਿਣਤੀ 'ਚ ਸਿੱਖ ਸੰਗਤਾਂ ਆਈਆਂ ਸੀ। ਬਰਾਤ ਵਿੱਚ ਗੁਰੂ ਦੇ 5 ਭੂਆ ਦੇ ਪੁੱਤਰ ਭਰਾ ਸੰਗੋ ਸ਼ਾਹ, ਗੁਲਾਬ ਚੰਦ, ਜੀਤਮਲ, ਗੰਗਾ ਰਾਮ ਅਤੇ ਅਹਮ ਚੰਦ ਸ਼ਾਮਲ ਹੋਏ। ਭੂਆ ਦੇ ਪੁੱਤਰ ਬੀਬੀ ਵੀਰੋ ਜੀ ਭੂਆ ਜੀ ਲੱਗਦੇ ਸੀ, ਕਿਉਂਕਿ 6ਵੇਂ ਪਾਤਸ਼ਾਹ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਭੈਣ ਜੀ ਭੂਆ ਜੀ ਲੱਗੇ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਜੀ ਸਪੁੱਤਰ ਸਨ। ਇਹਨਾਂ ਵਿੱਚੋਂ ਸੰਗੋ ਸ਼ਾਹ ਨੂੰ ਗੁਰੂ ਜੀ ਨੇ ਨਵੇਂ ਨਗਰ ਨੂੰ ਵਸਾਉਣ ਤੇ ਸਜਾਉਣ ਦਾ ਇੰਚਾਰਜ ਬਣਾਇਆ ਸੀ। ਇਹਨਾਂ ਭਰਾਵਾਂ ਨੇ ਭੰਗਾਣੀ ਦੇ ਯੁੱਧ ਵਿੱਚ ਬਹਾਦਰੀ ਦੇ ਬੜੇ ਜੌਹਰ ਦਿਖਾਏ ਸਨ, ਜਿਸ ਦਾ ਵਰਣਨ ਗੁਰੂ ਜੀ ਨੇ ਬਚਿੱਤਰ ਨਾਟਕ ਦੇ ਅਧਿਆਇ 8ਵੇਂ 'ਚ ਕੀਤਾ ਹੈ। ਬਰਾਤ ਦੇ ਮੁਖੀ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਸਨ। ਬਰਾਤ ਬੜੀ ਸਜ ਧਜ ਕੇ ਬਾਜਿਆਂ ਗਾਜਿਆਂ ਨਾਲ ਲਾਹੌਰ ਪਹੁੰਚੀ। ਭਾਈ ਸੰਤੋਖ ਸਿੰਘ ਨੇ ਉਸ ਸਮੇਂ ਦਾ ਨਕਸ਼ਾ ਇਸ ਪ੍ਰਕਾਰ ਖਿੱਚਿਆ, ਬਾਜਤ ਬਾਜ ਉਠੇ ਤਤਕਾਲ ਕਹੀ ਮੁਖ ਬਾਤ ਨਾ ਦੇਤ ਸੁਣਾਈ। ਇੰਨਾ ਬਾਜਾ ਗਾਜਾ ਵੱਜਦਾ ਸੀ ਕਿ ਗੱਲ ਨਹੀਂ ਸੀ ਸੁਣਦੀ ਇੱਕ ਦੂਜੇ ਦੀ। ਭਾਈ ਹਰਜਸ ਨੇ ਵੀ ਆਪਣੇ ਸਾਕ ਸਨਈਆਂ ਸਣੇ ਗੁਰੂ ਜੀ ਦੀ ਬਰਾਤ ਦੇ ਸਵਾਗਤ ਲਈ ਭਰਪੂਰ ਤਿਆਰੀਆਂ ਕੀਤੀਆਂ ਹੋਈਆਂ ਸਨ। ਇਹ ਨਜ਼ਾਰਾ ਦੇਖਣ ਲਈ ਲੋਕੀ ਭਾਰੀ ਗਿਣਤੀ 'ਚ ਪਹੁੰਚੇ ਹੋਏ ਸਨ। ਆਨੰਦ ਕਾਰਜ ਦੀ ਰਸਮ ਭਾਈ ਗੁਰਬਖਸ਼ ਸਿੰਘ, ਭਾਈ ਰਾਮ ਕੁਐਰ ਨੇ ਅਦਾ ਕਰਾਈ। ਜੇ ਕੋਈ ਪੁੱਛ ਲੈ ਕਿਹਨੇ, ਭਾਈ ਗੁਰਬਖਸ਼ ਸਿੰਘ ਜੀ ਰਾਗੀ ਪਹਿਲਾਂ ਦੱਸਦੇ ਕਿਹੜੇ ਸੀਗੇ, ਤੇ ਬਾਅਦ 'ਚ ਮਾਤਾ ਜੀਤੋ ਜੀ ਦੀ ਡੋਲੀ ਬੜੀ ਸ਼ਾਨ ਤੇ ਰਸਮ ਰਿਵਾਜਾਂ ਨਾਲ ਤੋਰੀ ਗਈ। ਮਾਤਾ ਗੁਜਰੀ ਜੀ ਨੇ ਆਨੰਦਪੁਰ ਪੁੱਜਣ ਤੇ ਆਪਣੀ ਸਜ ਵਿਆਹੀ ਨੂੰਹ ਦੇ ਡੋਲੇ ਦਾ ਨਿੱਘਾ ਸਵਾਗਤ ਕੀਤਾ। ਖੁਸ਼ੀ ਭਰਪੂਰ ਰਸਮਾਂ ਨਾਲ ਡੋਲਾ ਮਹਿਲਾਂ ਵਿੱਚ ਲੈ ਕੇ ਗਏ। ਹਲੇ ਜੋ ਹੈ ਮਾਤਾ ਜੀਤ ਕੌਰ ਜੀ ਦਾ ਨਾਮ ਆਪਾਂ ਹੁਣ ਲੈਂਦੇ ਆ ਮਾਤਾ ਜੀਤੋ ਜੀ, ਇਸ ਕਰਕੇ ਕਿ ਹਲੇ ਉਦੋਂ ਜੋ ਅੰਮ੍ਰਿਤ ਸੰਚਾਰ ਹੋਇਆ ਨਹੀਂ ਸੀ, ਇਹ ਬਾਅਦ ਵਿੱਚ ਹੋਣਾ। ਇਸ ਤਰ੍ਹਾਂ ਗੁਰੂ ਜੀ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ। ਗੁਰੂ ਜੀ ਨੇ ਲਾਹੌਰ ਵਿੱਚ ਆਪਣੇ ਨਿਵਾਸ ਲਈ ਇੱਕ ਮਹਿਲ ਵੀ ਵਸਾਇਆ, ਜਿੱਥੇ ਗੁਰੂ ਜੀ ਦਾ ਦੂਜਾ ਵਿਆਹ ਲਾਹੌਰ ਨਿਵਾਸੀ ਖੱਤਰੀ ਰਾਮ ਕੁਮਰਾਵ ਦੀ ਸਪੁੱਤਰੀ ਮਾਤਾ ਸੁੰਦਰ ਕੌਰ ਨਾਲ 7 ਵਿਸਾਖ ਸੰਮਤ 1741 ਬਿਕਰਮੀ 1684 ਈਸਵੀ ਨੂੰ ਹੋਇਆ। ਮਹਾਨ ਕੋਸ਼ 'ਚ ਪੰਨਾ 213 ਤੇ ਲਿਖਿਆ। ਤਵਾਰੀਖ ਗੁਰੂ ਖਾਲਸਾ ਪੰਨਾ 287 ਤੇ। ਸਤਿਗੁਰੂ ਜੀ ਦੇ ਦੂਜੇ ਆਨੰਦ ਕਾਰਜ ਤੇ ਵੀ ਭਾਰੀ ਰਸਮਾਂ ਅਦਾ ਹੋਈਆਂ। ਬੜੀ ਸ਼ਾਨ ਸ਼ੌਕਤ ਨਾਲ ਇਹ ਆਨੰਦ ਰਚਾਇਆ ਗਿਆ। ਮਾਤਾ ਗੁਜਰੀ ਨੇ ਦੂਜੀ ਨੂੰਹ ਨੂੰ ਵੀ ਬੜੀਆਂ ਸਧਰਾਂ ਚਾਵਾਂ ਤੇ ਰੀਤਾਂ ਰਸਮਾਂ ਨਾਲ ਮਹਿਲਾਂ 'ਚ ਦਾਖਲ ਕੀਤਾ ਸੀ। ਮਾਤਾ ਸਾਹਿਬ ਕੌਰ ਦੇ ਡੋਲਾ ਆਉਣ ਤੋਂ ਕੁਝ ਸਮਾਂ ਪਹਿਲਾਂ 15 ਅੱਸੂ ਸੰਮਤ 1757 ਬਿਕਰਮੀ 1700 ਈਸਵੀ ਨੂੰ ਮਾਤਾ ਅਜੀਤ ਕੌਰ ਚਲਾਣਾ ਕਰ ਗਏ, ਭਾਵ ਸੱਚਖੰਡ ਗਮਨ ਕਰ ਗਏ ਸੀ। ਦੁਬਾਰਾ ਫੇਰ ਮਾਤਾ ਸਾਹਿਬ ਕੌਰ ਜੀ ਦੇ ਡੋਲਾ ਆਉਣ ਤੋਂ ਕੁਝ ਸਮਾਂ ਪਹਿਲਾਂ 15 ਅੱਸੂ ਸੰਮਤ 1757 ਬਿਕਰਮੀ 1700 ਈਸਵੀ ਨੂੰ ਮਾਤਾ ਅਜੀਤ ਕੌਰ ਚਲਾਣਾ ਕਰ ਗਏ, ਸੱਚਖੰਡ ਚਲੇ ਗਏ। ਉਹਨਾਂ ਦੇ ਅੰਤਮ ਸੰਸਕਾਰ ਦੀ ਥਾਂ ਦੇਵਰਾ ਗੰਮਪੁਰ ਆਨੰਦਪੁਰ ਸਾਹਿਬ ਵਿੱਚ ਮੌਜੂਦ ਹੈ। ਮਹਾਨ ਕੋਸ਼ ਪੰਨਾ 525 ਤੇ ਲਿਖਿਆ ਹੋਇਆ। ਸੋ ਇਸ ਕਰਕੇ ਮਾਤਾ ਜੀ ਦਾ ਜਿਹੜਾ ਮਾਤਾ ਸਾਹਿਬ ਕੌਰ ਦਾ ਆਨੰਦ ਕਾਰਜ ਇਹ 18 ਵਿਸਾਖ ਨੂੰ ਹੋਇਆ ਜਾ ਕਰਕੇ 1700 ਚ। ਇਸ ਤਰੀਕੇ ਨਾਲ ਮਾਤਾ ਜੀ ਬਾਅਦ ਵਿੱਚ ਆਏ ਨੇ। ਮਾਤਾ ਅਜੀਤ ਕੌਰ ਜੀ ਪਹਿਲਾਂ ਹੀ ਸੱਚਖੰਡ ਗਮਨ ਕਰ ਚੁੱਕੇ ਸਨ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਆਪਣੇ ਸਾਰੀਆਂ ਸੰਗਤਾਂ ਦੇ ਉੱਤੇ, ਤੇ ਇਹ ਲੜੀਵਾਰ ਜਿਹੜਾ ਜੀਵਨ ਮਾਤਾ ਜੀ ਦਾ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨ। ਕੱਲ ਨੂੰ ਫੇਰ ਇਸੇ ਪ੍ਰਕਾਰ ਸਰਵਣ ਕਰਾਂਗੇ। ਹੁਣ ਕੋਈ ਵਿਚਾਰ ਵੀ ਸੰਗਤਾਂ ਨੇ ਦੇਣੀ ਆ ਆਪਣੀ, ਫੋਨ ਆ ਵੀ ਰਿਹਾ ਰਿਸੈਪਸ਼ਨ ਤੇ, ਪਰ ਇੱਥੇ ਲੈ ਅਟੈਂਡ ਨਹੀਂ ਮੈਂ ਕਰ ਸਕਦਾ। ਤੋ ਉਧਰ ਬਾਹਰਲੇ ਪਾਸੇ ਰਿਸੈਪਸ਼ਨ ਵਾਲੇ ਫੋਨ ਜਿਹੜੇ ਲਿਖੇ ਹੋਏ ਨੇ, ਤੋ ਜਿਹੜੀ ਸੰਗਤ ਦੇਖ ਰਹੀ ਹੈ ਰੇਡੀਓ ਟੀਵੀ ਦੇ ਉੱਤੇ, ਉਹਨਾਂ ਨੂੰ ਪਤਾ ਬਾਹਰਲੇ ਨੰਬਰਾਂ ਦੇ ਉੱਤੇ ਫੋਨ ਕਰਕੇ ਆਪਾਂ ਵਿਚਾਰ ਸਾਂਝੇ ਕਰ ਸਕਦੇ ਹਾਂ। ਮੇਰਾ ਵਿਚਾਰ ਸੀ ਕਿ ਥੋੜੀ ਜਾਣਕਾਰੀ ਇਸ ਪ੍ਰਕਾਰ ਸੰਗਤ ਵਿੱਚ ਆਵੇ, ਤਾਂ ਕਿ ਸੰਗਤ ਆਪਣੇ ਵਿਚਾਰ ਵੀ ਰੱਖੇ ਔਰ ਸਾਰਾ ਇਤਿਹਾਸ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ। ਸਤਿਗੁਰੂ ਕਿਰਪਾ ਕਰਨ। ਤੋ ਕੱਲ ਨੂੰ ਫੇਰ ਸਤਿਗੁਰੂ ਅੱਗੇ ਜਿਵੇਂ ਬਖਸ਼ਿਸ਼ ਕਰਨਗੇ ਪਿਆਰ ਸਤਿਕਾਰ ਨਾਲ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਪਿਆਰ ਨਾਲ ਆਓ ਨਾਮ ਜਪੀਏ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ